ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ ਸਾਰਿਆਂ ਦੇ। ਉਮੀਦ ਕਰਦਾ ਠੀਕ ਹੀ ਹੋਵੋਗੇ। ਦੇਖੋ ਜੀ, ਕੱਲ ਜਿਹੜਾ ਆਪਣਾ ਲੈਕਚਰ ਲੱਗਿਆ ਸੀ ਇੱਕ ਰੀਜ਼ਨਿੰਗ ਦਾ, ਰੀਜ਼ਨਿੰਗ ਦੇ ਲੈਕਚਰ ਦੇ ਵਿੱਚ ਸਾਰੇ ਬੱਚਿਆਂ ਦੀ ਬਹੁਤ ਵਧੀਆ ਪਰਫੋਰਮੈਂਸ ਰਹੀ ਹੈ। ਜਿੰਨੇ ਬੱਚਿਆਂ ਨੇ ਵੀ ਕਮੈਂਟ ਕੀਤੇ ਆ, 300-350 ਕਮੈਂਟ ਤੋਂ ਉੱਪਰ ਕਮੈਂਟ ਆ ਚੁੱਕੇ ਆ ਇਸ ਤੱਕ। ਮੈਨੂੰ ਸਰ ਅੰਦਾਜ਼ਾ 300 ਤੋਂ 350 ਦੇ ਵਿੱਚ ਕਮੈਂਟ ਆ ਚੁੱਕੇ। ਕਿਸੇ ਵੀ ਬੱਚੇ ਦੇ 35 ਤੋਂ ਨੰਬਰ ਘੱਟ ਨਹੀਂ ਹੈਗੇ, ਹਰੇਕ ਦੇ 35 ਪਲੱਸ ਨੰਬਰ ਹੈ। ਤਾਂ ਬਹੁਤ ਮੈਨੂੰ ਖੁਸ਼ੀ ਹੋਈ ਹੈ ਕਿ ਬਹੁਤ ਵਧੀਆ ਤੁਸੀਂ ਸਟੱਡੀ ਕਰ ਰਹੇ ਹੋ, ਥੋੜ੍ਹਾ ਵਧੀਆ ਪ੍ਰੋਸੈਸ ਸਾਰਾ ਸਹੀ ਚੱਲੀ ਜਾਂਦਾ। ਇੱਕ ਬੱਚੇ ਨੇ ਕਮੈਂਟ ਕੀਤਾ ਸੀ, ਕਹਿੰਦਾ ਜੀ ਇੰਨਾ ਸੌਖਾ ਹੋਊਗਾ ਪੇਪਰ। ਉਹ ਜੋ ਸੌਖੀ ਚੀਜ਼ ਕਿਹੜੀ ਹੈ ਪੁੱਤਰੋ, ਇਹ ਦੱਸੋ ਪਹਿਲਾਂ ਮੈਨੂੰ। ਜਿਹੜੇ ਬੱਚੇ ਦੀ ਪ੍ਰੈਕਟਿਸ ਹੁੰਦੀ ਹੈ ਉਹੀ ਚੀਜ਼ ਆਪਾਂ ਨੂੰ ਸੌਖੀ ਲੱਗਦੀ ਹੈ। ਹੁਣ ਵਿੱਚ ਮੈਂ ਡਿਕਸ਼ਨਰੀ ਵਾਲਾ ਪਾਏ ਸੀ ਪਿਛਲੇ 5, ਉਹਦੇ ਬੱਚਿਆਂ ਨੂੰ ਆਏ ਨਹੀਂ। ਆਏ ਤਾਂ ਉਹ ਵੀ ਮੈਂ ਸੌਖੀ ਸੀ ਆਪਦੇ ਵੱਲੋਂ, ਪਰ ਉਹ ਆਏ ਕਿਉਂ ਨਹੀਂ? ਕਿਉਂਕਿ ਉਹਦੀ ਪ੍ਰੈਕਟਿਸ ਨਹੀਂ ਸੀ। ਜਦੋਂ ਆਪਣੀ ਪ੍ਰੈਕਟਿਸ ਹੁੰਦੀ ਹੈ ਆਪਾਂ ਨੂੰ ਇਹ ਲੱਗਦਾ ਕਿ ਚੀਜ਼ ਸੌਖੀ ਪਾਈ ਹੋਈ ਹੈ, ਠੀਕ ਹੈ। ਜਦੋਂ ਆਪਣੀ ਪ੍ਰੈਕਟਿਸ ਨਹੀਂ ਹੁੰਦੀ ਉਦੋਂ ਆਪਾਂ ਨੂੰ ਉਹੀ ਚੀਜ਼ ਔਖੀ ਲੱਗਦੀ ਹੈ। ਹੁਣ ਦੇਖੋ, ਵਿਊ ਤਾਂ ਉਹ ਵੀਡੀਓ 'ਤੇ 8000 ਤੋਂ ਉੱਪਰ ਆ ਚੁੱਕੇ ਹੈ, ਪਰ ਕਮੈਂਟ ਆਇਆ 350 ਬੱਚੇ ਦਾ। 350 ਬੱਚੇ ਮਤਲਬ ਉਹ ਹੈਗੇ ਜਿਨ੍ਹਾਂ ਦਾ 35 ਤੋਂ ਉੱਪਰ ਨੰਬਰ ਹੈ। ਜਿਨ੍ਹਾਂ ਨੇ ਵਿਚਾਰਿਆਂ ਨੇ 35 ਤੋਂ ਘੱਟ ਉਹਨਾਂ ਦਾ ਕਮੈਂਟ ਹੀ ਨਹੀਂ ਕੀਤਾ, ਠੀਕ ਹੈ। ਅਤੇ ਕੋਈ ਚੱਕਰ ਨਹੀਂ ਹੁੰਦਾ ਪੁੱਤਰੋ, ਕਮੈਂਟ ਕਰਿਆ ਕਰੋ, ਜਿਹੜੀ ਚੀਜ਼ ਦੀ ਘੱਟ ਲੱਗਦੀ ਦੱਸਿਆ ਕਰੋ, ਕੋਈ ਚੱਕਰ ਨਹੀਂ ਹੈਗਾ। ਉਵੇਂ ਜਿਵੇਂ ਆਪਣੀ ਅੱਜ ਆਹ ਵੀਡੀਓ ਹੈ, ਪੋਲੀਟੀ ਦੀ ਵੀਡੀਓ ਹੈ, 50% ਕਵਰ ਕਰਦੇ ਹਾਂ ਇਹਦੇ 'ਚ ਮੈਂ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਜਿਹੜੇ ਬੱਚੇ ਨੇ ਆਹ ਪੋਲੀਟੀ ਦੀ ਕਲਾਸ ਲਾ ਲਈ, ਅੱਧਾ ਵਕੀਲ ਬਣ ਜਾਊ ਉਹ ਬੰਦਾ, ਠੀਕ ਹੈ। ਅਤੇ ਹੁਣ ਆਪਾਂ ਲੜੀ ਚਲਾਤੀ 50-50 ਵਾਲੀ, ਪੇਪਰ ਤੱਕ ਹੀ ਚੱਲੂਗੀ ਇਹ। ਅਤੇ ਅਸੀਂ ਤੁਹਾਨੂੰ ਜਿਹੜੇ ਬੱਚਿਆਂ ਨੂੰ ਮੈਥ ਦੇ ਵਿੱਚ ਪ੍ਰੋਬਲਮ ਆ ਰਹੀ ਆ, ਉਹਨਾਂ ਦਾ ਮੈਂ ਸਲਿਊਸ਼ਨ ਇਹ ਕੱਢਿਆ ਕਿ ਉਹਨਾਂ ਨੂੰ ਮੈਂ ਨਾ ਜਿਹੜੇ ਬੱਚੇ ਤਾਂ ਟਫ ਚੀਜ਼ਾਂ ਵੀ ਕਰ ਲੈਣ ਉਹਨਾਂ ਦਾ ਕੋਈ ਚੱਕਰ ਨਹੀਂ ਹੈਗਾ। ਕਿਉਂਕਿ ਮੈਥ ਦੇਖੋ, ਜੇ ਮੈਥ ਆਪਾਂ ਨੂੰ 20 ਨੰਬਰ ਦਾ ਆਉਣਾ ਗਾ, ਤਾਂ ਜਿਹੜੇ ਬੱਚੇ ਟਫ ਮੈਥ ਵੀ ਕਰ ਲੈਂਦਾ ਉਹ 14 ਪਲੱਸ ਨੰਬਰ ਲਿਜਾ ਸਕਦਾ, 14 ਜਾਂ 15 ਪਲੱਸ, ਕਿਉਂਕਿ ਇੰਨੇ ਕੁ ਲਿਜਾਏ ਜਾਂਦੇ ਹੁੰਦੇ ਆ। ਬਹੁਤ ਘੱਟ ਚਾਂਸ ਹੁੰਦਾ ਕਿ ਕੋਈ ਬੱਚਾ ਜਿਹੜੀ ਬਹੁਤ ਜ਼ਿਆਦਾ ਪ੍ਰੈਕਟਿਸ ਹੈ ਕੋਈ ਲੈ ਜੇ ਨਹੀਂ। ਇੰਨੇ ਕੁ ਨੰਬਰ 15 ਪਲੱਸ ਟੋਪਰ ਦੇ ਬਹੁਤ ਹੁੰਦੇ ਆ। ਜਿਹੜੇ ਬੱਚਿਆਂ ਨੂੰ ਮੈਥ ਦੇ ਵਿੱਚ ਜਮੀ ਹੱਥ ਤੰਗ ਹੈ, ਕਿ ਕਹਿੰਦਾ ਮਤਲਬ ਉਹਨੂੰ ਇਹ ਹੈ ਕਿ ਅਸੀਂ ਕੁਛ ਕਰ ਹੀ ਨਹੀਂ ਸਕਦੇ ਮੈਥ ਦੇ ਵਿੱਚ, ਉਹਨਾਂ ਨੂੰ ਮੈਂ ਕੀ ਕਰੂੰਗਾ, ਉਹਨਾਂ ਨੂੰ ਅਸਾਈਨਮੈਂਟ ਬਣਾ ਕੇ ਦਊਂਗਾ ਮੈਂ ਹਰੇਕ ਇਕਾਈ ਦੇ 50 ਜਾਂ 60 ਆਪਰੇਸ਼ਨਾਂ ਦੀ। ਉਹਦੇ ਵਿੱਚ ਮੇਰਾ ਟੈਸਟ ਲੱਗ ਰਿਹਾ, ਹੁਣ ਐਂ ਟੈਸਟ ਲਾ ਦਿਆ ਕਰੂੰਗਾ। ਅਤੇ ਇੰਨਾ ਅੰਦਾਜ਼ਾ ਕਿ ਉਹਨਾਂ ਨੇ ਜੇ ਉਹੀ ਆਪਰੇਸ਼ਨ ਕਰ ਰਹੇ ਜਿਹੜੇ ਮੈਂ ਦੱਸੂਗਾ, ਤਾਂ ਉਹਦੇ ਵਿੱਚ 20 ਦੇ ਵਿੱਚੋਂ ਉਹ 7 ਤੋਂ 8 ਜਾਂ 8 ਤੋਂ 9 ਨੰਬਰਾਂ ਦੇ ਵਿੱਚ ਲੈ ਜਾਣਗੇ। ਇਵੇਂ ਮੈਨੂੰ ਗੱਪ ਮਾਰੀ ਜਾਵਾਂ ਕਿ ਉਹਨਾਂ ਦੇ ਵਿੱਚੋਂ ਤੁਸੀਂ 15 ਦੇ 20 'ਚੋਂ 15 ਨੰਬਰ ਲੈ ਜਾਓਗੇ, 16 ਨੰਬਰ ਲੈ ਜਾਓਗੇ, ਨਹੀਂ ਲਿਜਾ ਸਕਦੇ। ਜਿਹੜੀਆਂ ਤੁਹਾਨੂੰ ਅਸਾਈਨਮੈਂਟਾਂ ਦੇਊਂਗਾ ਬਣਾ ਕੇ, ਉਹਦੇ 'ਚੋਂ ਇੰਨਾ ਹੈਗਾ ਕਿ ਜੇ ਤੁਸੀਂ ਉਹੀ ਅਸਾਈਨਮੈਂਟਾਂ ਕਰਨੀਆਂ ਤੁਸੀਂ ਅੱਧ 'ਤੇ ਪਹੁੰਚ ਜਾਓਗੇ, ਠੀਕ ਹੈ। ਮਤਲਬ ਕੋਈ ਬੰਦਾ ਜੀਕੇ ਦੇ ਵਿੱਚ ਕਮਜ਼ੋਰ ਹੁੰਦਾ ਉਹ ਮੈਥ 'ਚ ਵਧੀਆ ਹੁੰਦਾ, ਕੋਈ ਮੈਥ 'ਚ ਕਮਜ਼ੋਰ ਹੁੰਦਾ ਉਹ ਜੀਕੇ 'ਚ ਵਧੀਆ ਹੁੰਦਾ। ਇਸ ਤਰ੍ਹਾਂ ਥੋੜ੍ਹਾ ਜਿਹਾ ਇੱਕ ਦੂਜੇ ਨਾਲ ਐਡਜਸਟਮੈਂਟ ਕਰਕੇ ਚੱਲਣਾ ਪੈਂਦਾ ਹੁੰਦਾ, ਫਿਰ ਪੇਪਰ ਕਲੀਅਰ ਹੁੰਦਾ, ਠੀਕ ਹੈ ਜੀ। ਅਤੇ ਅੱਜ ਜਿਹੜੇ ਮੈਂ 50 ਪੋਲੀਟੀ ਦੀ ਕਰਨ ਲੱਗਿਆ, ਸਾਰਿਆਂ ਨੇ ਲੈਕਚਰ ਲਾਉਣੇ ਆ, ਠੀਕ ਹੈ। ਧਿਆਨ ਨਾਲ ਸਮਝਣੀ ਹੈ ਹਰੇਕ ਗੱਲ, ਓਕੇ ਜੀ। ਅਤੇ ਚਲੋ ਆਪਾਂ ਲਾਉਂਦੇ ਹਾਂ ਪਹਿਲਾ ਲੈਕਚਰ, ਪਹਿਲਾ ਆਪਰੇਸ਼ਨ 'ਤੇ ਸ਼ੁਰੂ ਹੁੰਦੇ ਆਪਾਂ ਅੱਜ। ਕਾਪੀਆਂ ਚੱਕ ਲਓ ਆਪਦੀਆਂ, ਕਿਉਂਕਿ ਥਿਊਰੀ ਸਾਨੂੰ ਸਾਰੀ ਕਵਰ ਕਰਵਾਈ ਹੋਈ ਹੈ ਮੈਂ ਇਹਦੀ। ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਕਿੰਨੇ ਸਾਲ ਦਾ ਤਜਰਬਾ ਘੱਟੋ ਘੱਟ, ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕਿੰਨੇ ਸਾਲ ਦਾ ਤਜਰਬਾ ਘੱਟੋ ਘੱਟ ਹਾਈ ਕੋਰਟ ਦੇ ਵਿੱਚੋਂ ਹੋਣਾ ਚਾਹੀਦਾ ਹੈ। ਦੇਖੋ, ਮੰਨ ਲਓ ਮੈਂ ਹਾਈ ਕੋਰਟ 'ਚ ਲੱਗਿਆ ਹੋਇਆ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲਾਂ ਕਰੀਏ ਦੋ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ। ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਅਤੇ ਹਾਈ ਕੋਰਟ ਕਿਹੜੇ ਆਰਟੀਕਲ 'ਚ ਆਉਂਦਾ? ਜਿਹੜਾ ਸੁਪਰੀਮ ਕੋਰਟ ਹੈ ਤਾਂ ਆਉਂਦਾ ਆਰਟੀਕਲ 124 ਦੇ ਵਿੱਚ, ਅਤੇ ਜਿਹੜਾ ਪੁੱਤਰੋ ਹਾਈ ਕੋਰਟ ਹੈ ਇਹ ਆਉਂਦਾ 214 ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਕੋਲ ਕਿੰਨੇ ਜੱਜ ਬਹਿੰਦੇ ਆ? 33 ਪਲੱਸ 1 1 34 ਜੱਜ ਬਹਿੰਦੇ ਆ। ਇਹਦੇ ਵਿੱਚ ਜੱਜਾਂ ਦਾ ਕੋਈ ਪ੍ਰਾਵਧਾਨ ਹੈ ਨਹੀਂ, ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਆ। ਟੋਟਲ ਕਿੰਨੀਆਂ ਹਾਈ ਕੋਰਟ ਆਪਣੇ ਸਾਰੇ ਇੰਡੀਆ ਦੇ ਵਿੱਚ? 25 ਹਾਈ ਕੋਰਟ ਹੈ। ਲੇਟੈਸਟ ਕਿਹੜੀ ਬਣੀ ਹੈ, ਜਿਹੜੀ ਹੁਣੇ ਬਣੀ ਹੈ, ਉਹ ਬਣੀ ਹੈ ਅਮਰਾਵਤੀ, ਓਕੇ। ਇੱਥੋਂ ਤੱਕ ਕਲੀਅਰ ਹੈ ਸਾਰਾ ਕੁਛ, ਕਿਸੇ ਚੀਜ਼ ਦੀ ਪ੍ਰੋਬਲਮ ਹੋਵੇ ਇੱਥੋਂ ਤੱਕ, ਠੀਕ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ। ਦੇਖੋ, ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਹਾਈ ਕੋਰਟ ਵਾਸਤੇ ਆਪਾਂ ਨੂੰ ਕੀ ਚੀਜ਼ਾਂ ਚਾਹੀਦੀਆਂ? ਹਾਈ ਕੋਰਟ ਦੇ ਵਿੱਚੋਂ ਕੀ ਚੀਜ਼ਾਂ ਲੈ ਕੇ ਚੱਲਾਂਗੇ? ਇਹ 'ਚ ਦੋ ਆਪਸ਼ਨਾਂ ਬਣਦੀਆਂ, ਕਹਿੰਦੇ 5 ਸਾਲ ਚਾਹੀਦੇ ਆਪਾਂ ਨੂੰ, 10 ਸਾਲ ਚਾਹੀਦੇ, 15 ਸਾਲ ਚਾਹੀਦੇ, A ਐਂਡ B। ਦੇਖੋ, ਜੇ ਤਾਂ ਆਪਾਂ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜਾਣਾ, ਆਪਾਂ ਜੱਜ ਬਣਨਾ ਗਾ, ਤਾਂ ਹਾਈ ਕੋਰਟ ਦੇ ਵਿੱਚ ਆਪਾਂ ਨੂੰ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ? ਧਿਆਨ ਨਾਲ ਸੁਣੋ, ਇਹ ਨਾ ਸਮਝੋ ਕਿ ਵੀਡੀਓ ਵੱਡੀ ਹੋ ਗਈ, ਗੱਲਾਂ ਕਰੀ ਜਾਂਦੇ ਆ, ਜਿਹਨੂੰ ਕੋਈ ਅਲਰਜੀ ਜਾ ਸਕਦਾ, ਪਰ ਇਹ ਨਾ ਕਿ ਸਮਝੋ ਕਿ ਪੇਪਰ ਕਲੀਅਰ ਹੋ ਜਾਊ ਉਹਦਾ, ਠੀਕ ਹੈ। ਮੈਂ ਗੱਲਾਂ ਕੋਈ ਇਹ ਨਹੀਂ ਹੈਗਾ ਕਿ ਉਹੀ
मतलब ਉਹ ਹੀ ਗੱਲਾਂ ਕਰੀ ਜਾਂਦਾ ਪੁੱਤਰੋ, ਇਹ ਗੱਲਾਂ ਇਹਨਾਂ ਸਟੱਡੀ ਨਾਲ ਸੰਬੰਧਿਤ ਹੀ ਕਰ ਰਿਹਾ ਮੈਂ। ਠੀਕ ਹੈ, ਦੇਖੋ ਜੇ ਆਪਾਂ ਹਾਈ ਕੋਰਟ ਦੇ ਵਿੱਚੋਂ ਜਾ ਕੇ ਸੁਪਰੀਮ ਕੋਰਟ ਦਾ ਜੱਜ ਬਣਨਾ, ਆਪਣੇ ਕੋਲ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ? 5 ਸਾਲ, 10 ਸਾਲ, 15 ਸਾਲ ਜਾਂ A and B। 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, 15 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਦੋਨੇ ਹੋਣੇ ਚਾਹੀਦੇ। ਦੇਖੋ ਇਹ ਪੇਸ਼ੈਂਟ ਮਿਕਸ ਕਰਿਆ ਹੋਇਆ ਹੈਗਾ, ਇਹ ਪੇਪਰ ਦੇ ਵਿੱਚ ਆਇਆ ਹੋਇਆ SSC ਦੇ ਵਿੱਚ। ਇਹਦੇ ਵਿੱਚ ਬੱਚਿਆਂ ਨੂੰ 1 ਨੰਬਰ ਮਿਲ ਗਿਆ ਸੀ, 1 ਨੰਬਰ ਇਹਨਾਂ ਨੂੰ ਮਿਲ ਗਿਆ। ਜਿਹਨੇ 5 ਆਨਸਰ ਲਾਏ ਸੀ ਉਹਨਾਂ ਨੂੰ ਵੀ ਮਤਲਬ 1 ਨੰਬਰ ਮਿਲ ਗਿਆ ਸੀ, ਜਿਹਨਾਂ ਨੂੰ 10 ਲਾਈ ਸੀ ਉਹਨਾਂ ਨੂੰ ਵੀ ਮਤਲਬ ਨੰਬਰ ਮਿਲ ਗਿਆ ਸੀ। ਕਿਉਂ ਨੰਬਰ ਮਿਲਿਆ ਸੀ ਉਹਨਾਂ ਨੂੰ? ਦੇਖੋ ਜੇ ਤਾਂ ਕੋਈ ਬੰਦਾ ਹਾਈ ਕੋਰਟ ਦੇ ਵਿੱਚ ਜੱਜ ਦੇ ਤੌਰ 'ਤੇ ਕੰਮ ਕਰ ਰਿਹਾ ਤਾਂ ਉਹਨੂੰ ਕੋਲੇ 5 ਸਾਲ ਦਾ ਤਜਰਬਾ ਹੋਣਾ ਚਾਹੀਦਾ, ਤਾਂ ਉਹ ਜੱਜ ਬਣ ਸਕਦਾ ਸੁਪਰੀਮ ਕੋਰਟ ਦਾ। ਨੰਬਰ ਦੂਸਰੀ ਗੱਲ, ਜੇ ਉਸ ਬੰਦੇ ਨੇ ਹਾਈ ਕੋਰਟ ਦੇ ਵਿੱਚ 10 ਸਾਲ ਐਜ਼ ਏ ਲਾਇਰ ਕੰਮ ਕੀਤਾ, ਤਾਂ ਵੀ ਉਹ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਕਾਬਲ ਹੈਗਾ ਗਾ। ਠੀਕ ਹੈ, ਤਾਂ ਕਰਕੇ ਅੱਧੇ ਬੱਚਿਆਂ ਨੇ ਉਦੋਂ ਆ ਆਪਸ਼ਨ ਹੈ ਨਹੀਂ ਸੀ, D ਆਪਸ਼ਨ ਉਦੋਂ ਦਿੱਤੀ ਨਹੀਂ ਸੀ ਪੇਪਰ ਦੇ ਵਿੱਚ SSC ਦੇ ਵਿੱਚ, ਤਾਂ ਅੱਧੇ ਬੱਚਿਆਂ ਨੇ 5 ਨੰਬਰ A ਨੰਬਰ ਆਪਸ਼ਨ ਲਾਤੀ, ਉਹਨਾਂ ਨੇ B ਨੰਬਰ ਆਪਸ਼ਨ ਲਾਤੀ। ਉਹਨਾਂ ਨੇ ਜਿਹੜਾ ਮੰਗੀ ਸੀ ਸਹੀ, ਉਹਨਾਂ ਨੇ ਮੰਗਿਆ ਸੀ 5 ਸਾਲ, ਪਰ ਜਦੋਂ ਉਹਨਾਂ ਨੇ ਆਪ ਦਾ ਰਿਕਾਰਡ ਚੈੱਕ ਕੀਤਾ ਉਹਨਾਂ ਨੂੰ ਪਤਾ ਲੱਗਿਆ, ਅੱਧੇ ਬੱਚਿਆਂ ਨੇ RT ਮਤਲਬ ਲਿਸਟ ਬਣਾ ਕੇ ਭੇਜਤੀ ਆਪਦੀ ਕਿ ਜੀ ਜੇ 10 ਸਾਲ ਉਹ ਐਜ਼ ਲਾਇਰ ਦਾ ਕੰਮ ਕਰਦਾ ਤਾਂ ਵੀ ਉਹ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਕਾਬਲ ਹੈਗਾ ਗਾ। ਠੀਕ ਹੈ, ਤਾਂ ਫਿਰ ਉਹਨਾਂ ਨੇ B ਵਾਲੇ ਨੂੰ ਵੀ ਨੰਬਰ ਦੇ ਦਿੱਤੇ ਸੀ, 5 ਵਾਲੇ ਨੂੰ ਨੰਬਰ ਦੇ ਦਿੱਤੇ। ਤਾਂ ਕਰਕੇ ਮੈਂ ਦੋਨੇ ਚੀਜ਼ਾਂ ਕਵਰ ਕਰਤੀਆਂ ਇਹਦੇ ਵਿੱਚ, A ਅਤੇ B ਦਾ ਆਨਸਰ। ਜੇ ਤਾਂ ਉਹ ਪੁੱਛਦੇ ਕਿ ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਕਿੰਨੇ ਸਾਲ ਹਾਈ ਕੋਰਟ ਦਾ ਜੱਜ ਦਾ ਤਜਰਬਾ ਹੋਣਾ ਚਾਹੀਦਾ? 5 ਸਾਲ ਦਾ। ਐਜ਼ ਏ ਲਾਇਰ ਕਿੰਨੇ ਸਾਲ ਦਾ ਤਜਰਬਾ ਹੋਣਾ ਚਾਹੀਦਾ? 10 ਸਾਲ ਦਾ। ਠੀਕ ਹੈ, ਪ੍ਰਸ਼ਨ ਕੰਪਲੀਟ ਹੋ ਗਿਆ ਸਾਰਾ। ਚਲੋ ਹੁਣ ਵੱਧਦੇ ਆਪਾਂ ਦੂਜੇ ਨੰਬਰ ਪ੍ਰਸ਼ਨ 'ਤੇ। ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਸ ਸੰਸ਼ੋਧਨ ਦੇ ਤਹਿਤ ਬਣਾਇਆ ਗਿਆ? ਠੀਕ ਹੈ, ਦਿੱਲੀ ਨੂੰ ਰਾਜਧਾਨੀ ਬਣਾਇਆ ਗਿਆ ਆਪਣੀ। ਠੀਕ ਹੈ ਜੀ, ਭਾਰਤ ਦੀ ਰਾਜਧਾਨੀ ਕਿਹੜੇ ਸੰਸ਼ੋਧਨ ਦੇ ਅਨੁਸਾਰ ਬਣਾਇਆ ਗਿਆ? ਇੱਕ ਤੁਹਾਨੂੰ ਮੈਂ ਵੀਡੀਓ ਕਰਵਾ ਕੇ ਗਿਆ ਸੀ, ਪਹਿਲਾਂ ਕਰਵਾ ਕੇ ਗਿਆ, ਉਹ 'ਚ ਮੈਂ 62ਵਾਂ ਲਿਖਿਆ ਹੋਇਆ ਸੀ, ਅਨੁਸੂਚੀ ਵਾਲੀ ਹੈ ਸ਼ਾਇਦ, ਅਨੁਸੂਚੀ ਵਾਲੀ ਦੇ ਵਿੱਚ ਮੈਂ 62ਵਾਂ ਕਰਵਾਤਾ ਸੀ, ਉਹ ਬਾਈ ਮਿਸਟੇਕ ਲਿਖਿਆ ਗਿਆ ਸੀ। ਉਹ ਸਾਰੇ ਬੱਚਿਆਂ ਨੇ ਠੀਕ ਕਰ ਲੈਣੀ ਹੈ। ਮੈਂ ਇੱਕ ਉਹ ਅਗਲੇ ਦਿਨ ਵੀ ਉਸ ਵੀਡੀਓ ਦੇ ਵਿੱਚ ਅਨਾਊਂਸ ਕਰਤਾ ਸੀ ਭਾਈ ਉਹਦੀ ਕਟਿੰਗ ਕਰ ਲਿਓ, ਕਿਉਂਕਿ PDF ਸੈਂਡ ਕਰ ਚੁੱਕਿਆ ਸੀ। ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਕਿ ਦਿੱਲੀ ਨੂੰ ਵਸਾਇਆ ਕਿਹਨੇ ਸੀ? ਦਿੱਲੀ ਨੂੰ ਕਿਹਨੇ ਵਸਾਇਆ ਸੀ? ਤੋਮਰਾਂ ਨੇ ਵਸਾਇਆ ਸੀ ਦਿੱਲੀ ਨੂੰ। ਨੰਬਰ 2 ਹੈਗਾ ਗਾ ਕਿ ਜਿਹੜਾ ਦਿੱਲੀ ਹੈ ਇਹਨੂੰ ਭਾਰਤ ਦੀ ਰਾਜਧਾਨੀ ਕਦੋਂ ਬਣਾਇਆ ਗਿਆ? 1911 ਦੇ ਵਿੱਚ। ਦਿੱਲੀ ਦੇ ਵਿੱਚ ਸਰਕਾਰ ਕਿਹਦੀ ਹੈ? ਆਮ ਪਾਰਟੀ ਦੀ। CM ਕੌਣ ਹੈ? ਅਰਵਿੰਦ ਕੇਜਰੀਵਾਲ। ਐਜੂਕੇਸ਼ਨ ਮਿਨਿਸਟਰ ਕੌਣ ਹੈ? ਸਿਸੋਦੀਆ, ਮਨੀਸ਼ ਸਿਸੋਦੀਆ। ਗਵਰਨਰ ਕੌਣ ਹੈ? ਅਨਿਲ ਬੈਜਲ। ਠੀਕ ਹੈ, ਤਾਂ ਇਹ ਭਾਈ ਜਿਹੜਾ ਦਿੱਲੀ ਨੂੰ ਬਣਾਇਆ ਗਿਆ ਸੀ ਭਾਰਤ ਦੀ ਰਾਜਧਾਨੀ, ਇਹ ਕਹਿੰਦੇ 74 ਦੇ ਅਨੁਸਾਰ ਬਣਾਇਆ ਗਿਆ ਸੀ, 69 ਦੇ ਅਨੁਸਾਰ ਬਣਾਇਆ ਗਿਆ, 75 ਦੇ ਅਨੁਸਾਰ, 75 ਆਪਸ਼ਨ ਕੱਟੀ ਗਈ, 74 ਦੇ ਵਿੱਚ ਤਾਂ ਆ ਹੀ ਨਹੀਂ ਸਕਦਾ। ਤਾਂ ਇਹਦਾ ਆਪਸ਼ਨ ਨੰਬਰ ਹੈਗਾ 69ਵੇਂ ਸੰਸ਼ੋਧਨ ਦੇ ਵਿੱਚ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਤਾ ਸੀ ਇਹਨਾਂ ਨੇ। ਓਕੇ, ਤੇ ਚੱਲੀਏ ਹੁਣ ਅਗਲੇ ਪ੍ਰਸ਼ਨ ਵੱਲ ਵਧ ਗਏ। ਇਸ ਤੋਂ ਬਾਅਦ ਕਾਉਂਸਲ ਆਫ ਮਿਨਿਸਟਰ ਐਂਡ ਪ੍ਰਾਈਮ ਮਿਨਿਸਟਰ ਨੂੰ ਕੌਣ ਨਿਯੁਕਤ ਕਰਦਾ ਹੈ? ਇਹਨਾਂ ਨੇ ਸਿਰਫ ਬੱਚਿਓ ਨਿਯੁਕਤ ਕਰਨ ਦੀ ਗੱਲ ਕੀਤੀ ਹੈ, ਅਪੁਆਇੰਟ ਕਰਨ ਦੀ ਗੱਲ ਕੀਤੀ ਹੈ। ਠੀਕ ਹੈ, ਇਹਨਾਂ ਨੇ ਚੁਣਨ ਦੀ ਗੱਲ ਨਹੀਂ ਕੀਤੀ। ਇਹ ਕੰਮ ਦੇ ਵਿੱਚ ਉਲਝਣਾ ਨਹੀਂ, ਅਪੁਆਇੰਟਮੈਂਟ ਅਤੇ ਚੁਣਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਚੁਣਿਆ ਕਿਵੇਂ ਜਾਂਦਾ ਹੈ? ਡਾਇਰੈਕਟ ਇਲੈਕਸ਼ਨ ਦੁਆਰਾ ਚੁਣਿਆ ਜਾਂਦਾ ਕਿ ਇਨਡਾਇਰੈਕਟ ਇਲੈਕਸ਼ਨ ਦੁਆਰਾ ਚੁਣਿਆ ਜਾਂਦਾ? ਤਾਂ ਦੇਖੋ ਜਿਹੜੀ ਤਾਂ ਇਨਡਾਇਰੈਕਟ ਇਲੈਕਸ਼ਨ ਹੁੰਦੀ ਹੈ ਉਹਦੇ ਦੁਆਰਾ ਤਾਂ ਜਿਵੇਂ ਰਾਜ ਸਭਾ ਦੇ ਮੈਂਬਰ ਚੁਣੇ ਜਾਂਦੇ ਆ ਪਲੱਸ ਰਾਸ਼ਟਰਪਤੀ ਚੁਣਿਆ ਜਾਂਦਾ। ਇਹਦਾ ਚੁਣਿਆ ਜਾਂਦਾ ਡਾਇਰੈਕਟ। ਠੀਕ ਹੈ, ਇਨਡਾਇਰੈਕਟ ਇਲੈਕਸ਼ਨ ਨਾਲ। ਅਤੇ ਇਨਡਾਇਰੈਕਟ ਇਲੈਕਸ਼ਨ ਦਾ ਜਿਹੜਾ ਆਪਣਾ ਪ੍ਰਵਧਾਨ ਹੈ ਕਿ ਆਪਣੇ ਵੀ ਇੱਕ ਇਨਡਾਇਰੈਕਟ ਇਲੈਕਸ਼ਨ ਹੋਣੀ ਚਾਹੀਦੀ ਹੈ। ਉਹ ਕਿਹਤੋਂ ਲਿੱਤਾ ਗਿਆ, ਕਿਹੜੇ ਦੇਸ਼ ਤੋਂ ਲਿੱਤਾ ਗਿਆ? ਉਹ ਲਿੱਤਾ ਗਿਆ ਆਪਣੇ ਆਇਰਲੈਂਡ ਤੋਂ। ਠੀਕ ਹੈ, ਆਇਰਲੈਂਡ ਤੋਂ ਲਿੱਤਾ ਗਿਆ ਹੈਗਾ। ਦੂਸਰੀ ਗੱਲ, ਰਾਜ ਸਭਾ ਅਤੇ ਰਾਸ਼ਟਰਪਤੀ ਦੀ ਇਨਡਾਇਰੈਕਟ ਇਲੈਕਸ਼ਨ ਕਿਵੇਂ ਹੁੰਦੇ? ਕਿਉਂਕਿ ਇਹਦੇ ਵਿੱਚ ਆਪਣੇ ਜਿਹੜੇ ਆਮ ਲੋਕ ਹੁੰਦੇ ਆ ਉਹ ਵੋਟ ਨਹੀਂ ਕਰਦੇ, ਇਹਦੇ ਵਿੱਚ ਸਿਰਫ ਇਲੈਕਟਡ, ਠੀਕ ਹੈ, ਇਲੈਕਟਡ ਮੈਂਬਰ ਆਫ ਲੈਜਿਸਲੇਟਿਵ ਸਟੇਟਾਂ ਦੇ ਅਤੇ ਜਿਹੜੇ ਸੈਂਟਰ ਦੇ ਵਿੱਚ ਬੈਠੇ MP ਉਹੀ ਵੋਟ ਕਰਦੇ ਆ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਕਿਹਦੇ ਦੁਆਰਾ ਚੁਣਿਆ ਜਾਂਦਾ? MP ਦੀਆਂ ਵੋਟਾਂ ਦੁਆਰਾ ਚੁਣਿਆ ਜਾਂਦਾ। ਲੋਕ ਸਭਾ ਦੀਆਂ ਵੋਟਾਂ ਦੁਆਰਾ ਹੀ ਪ੍ਰਾਈਮ ਮਿਨਿਸਟਰ ਚੁਣਿਆ ਜਾਂਦਾ ਹੁੰਦਾ, ਇੱਕ ਤਰ੍ਹਾਂ ਦੇ ਵਿੱਚ MP ਹੁੰਦਾ। ਠੀਕ ਹੈ, ਅਤੇ ਜਿਹੜੀ ਸਰਕਾਰ ਮੈਜੋਰਟੀ ਦੇ ਵਿੱਚ ਆ ਜਾਂਦੀ ਆ ਉਹੀ ਆਪਦੇ ਵਿੱਚੋਂ ਇੱਕ ਬੰਦਾ ਚੁਣ ਲੈਂਦੇ ਕਿ ਭਾਈ ਅਸੀਂ ਇਹ ਬੰਦੇ ਨੂੰ ਕੀ ਲਾਉਣਾ ਗਾ, ਪ੍ਰਾਈਮ ਮਿਨਿਸਟਰ ਲਾਉਣਾ ਗਾ। ਅਤੇ ਪ੍ਰਾਈਮ ਮਿਨਿਸਟਰ ਦੀ ਇੱਕ ਆਪਦੀ
ਕਾਉਂਸਲ ਆਫ ਮਿਨਿਸਟਰ ਹੁੰਦੀ ਹੈ, ਜਿਵੇਂ ਕਿ ਉਹ ਆਪਦੀ ਮਰਜ਼ੀ ਨਾਲ ਚੁਣ ਸਕਦਾ। ਜਿਵੇਂ ਕਿਸੇ ਨੂੰ ਇਹਨੇ ਟੈਕਸਟਾਈਲ ਮਿਨਿਸਟਰ ਲਾਇਆ ਹੋਇਆ, ਕਿਸੇ ਨੂੰ ਖਜ਼ਾਨਾ ਮੰਤਰੀ ਲਾਇਆ ਹੋਇਆ ਹੈਗਾ, ਠੀਕ ਹੈ, ਕਿਸੇ ਨੂੰ ਗ੍ਰਹਿ ਮੰਤਰੀ ਲਾਇਆ ਹੋਇਆ ਹੈਗਾ, ਠੀਕ ਹੈ, ਕਿਸੇ ਨੂੰ ਟਰੈਵਲ ਅਫੇਅਰ ਮਿਨਿਸਟਰ ਲਾਇਆ ਹੋਇਆ ਹੈਗਾ। ਇਹ ਸਾਰੀਆਂ ਚੀਜ਼ਾਂ ਭਾਈ ਜਿਹੜੇ 'ਚ ਆ ਜਾਂਦੀਆਂ ਹੈਗੀਆਂ, ਉਹ ਆਪਣੇ ਕਾਹਦੇ 'ਚ ਆ ਜਾਂਦੀਆਂ ਪੁੱਤਰੋ? ਸਾਰੀਆਂ ਚੀਜ਼ਾਂ ਇਹ ਹਾਂ ਪ੍ਰਾਈਮ ਮਿਨਿਸਟਰ, ਇਹ ਸਾਰੀਆਂ ਚੀਜ਼ਾਂ ਮਤਲਬ ਪ੍ਰਾਈਮ ਮਿਨਿਸਟਰ ਦੇ ਅੰਡਰ ਆ ਜਾਂਦੀਆਂ। ਅਤੇ ਪ੍ਰਾਈਮ ਮਿਨਿਸਟਰ ਨੂੰ ਨਿਯੁਕਤ ਕੌਣ ਕਰਦਾ ਹੈਗਾ? ਇਹਨੂੰ ਅਪੁਆਇੰਟਮੈਂਟ ਲੈਟਰ ਕੌਣ ਦਿੰਦਾ? ਰਾਸ਼ਟਰਪਤੀ ਦਿੰਦਾ, ਪ੍ਰਧਾਨ ਮੰਤਰੀ ਦਿੰਦਾ, ਗਵਰਨਰ ਦਿੰਦਾ ਕਿ CG ਦਿੰਦਾ? ਗਵਰਨਰ ਤਾਂ ਦੇ ਨਹੀਂ ਸਕਦਾ ਪੁੱਤਰ, ਗਵਰਨਰ ਤਾਂ ਇੱਕ ਸਟੇਟ ਦਾ ਅਲੱਗ ਹੁੰਦਾ ਹੈਗਾ। CGI ਦਾ ਕੋਈ ਲੱਲਾ ਕੱਖੀ ਨਹੀਂ ਇਹਨਾਂ ਨਾਲ, ਠੀਕ ਹੈ। ਅਤੇ ਪ੍ਰਧਾਨ ਮੰਤਰੀ ਤਾਂ ਚੋਣ ਹੀ ਹੋਣੀ ਹੈ, ਤਾਂ ਕੱਟ ਕਟਾ ਕੇ ਕੀ ਰਹਿ ਗਿਆ? ਰਾਸ਼ਟਰਪਤੀ ਰਹਿ ਗਿਆ। ਅਤੇ ਰਾਸ਼ਟਰਪਤੀ ਆਪਣੇ ਕਿਹੜੇ ਆਰਟੀਕਲ ਦੇ ਵਿੱਚ? ਉਹਦਾ 52 ਆਰਟੀਕਲ ਦੇ ਵਿੱਚ ਕਿਹਾ ਹੋਇਆ ਕਿ ਆਪਣੇ ਇੱਕ ਰਾਸ਼ਟਰਪਤੀ ਹੋਊਗਾ। ਅਤੇ 60 ਦੇ ਵਿੱਚ ਕੀ ਲਿਖਿਆ ਹੋਇਆ ਹੈਗਾ? ਇਹਦੀ ਸ਼ਪਥ ਬਾਰੇ ਲਿਖਿਆ ਹੋਇਆ। 61 ਦੇ ਵਿੱਚ ਇਹਦੀ ਇੰਪੀਚਮੈਂਟ ਬਾਰੇ ਲਿਖਿਆ ਹੋਇਆ, ਠੀਕ ਹੈ। ਆਰਟੀਕਲ 72 ਦੇ ਵਿੱਚ ਇਹ ਫਾਂਸੀ ਦੀ ਸਜ਼ਾ ਵੀ ਮਾफ़ ਕਰ ਸਕਦਾ, ਉਹਦੇ ਬਾਰੇ ਲਿਖਿਆ ਹੋਇਆ। ਆਰਟੀਕਲ ਤੁਹਾਨੂੰ ਨਾਲ ਯਾਦ ਕਰਨੇ ਪੈਣਗੇ, ਉਹ ਤੋਂ ਬਿਨਾਂ ਕੰਮ ਨਹੀਂ ਚੱਲਣਾ ਪੁੱਤਰੋ। ਅਤੇ ਹਾਂ, ਪ੍ਰਾਈਮ ਮਿਨਿਸਟਰ ਜਿਹੜਾ ਹੈ ਇਹਨੂੰ ਪ੍ਰੈਜ਼ੀਡੈਂਟ ਰਾਸ਼ਟਰਪਤੀ ਅਪੁਆਇੰਟ ਕਰੂਗਾ। ਇਹ ਕਿਹੜੇ ਆਰਟੀਕਲ ਦੇ ਵਿੱਚ ਦਿੱਤਾ ਹੋਇਆ? ਇਹ ਆਰਟੀਕਲ 'ਚ ਦਿੱਤਾ ਹੋਇਆ ਆਰਟੀਕਲ 74 ਦੇ ਵਿੱਚ, ਠੀਕ ਹੈ ਜੀ। ਪੌਕਟ ਵੀਟੋ, ਜਿਹੜੀ ਪੌਕਟ ਵੀਟੋ ਹੈ ਇਹ ਕਿਸ ਦੀ ਸ਼ਕਤੀ ਹੈ? ਕਹਿੰਦੇ ਚੀਫ ਜਸਟਿਸ ਆਫ ਇੰਡੀਆ ਦੀ ਸ਼ਕਤੀ ਹੈ, ਗਵਰਨਰ ਦੀ ਸ਼ਕਤੀ ਹੈ, ਪ੍ਰਾਈਮ ਮਿਨਿਸਟਰ ਦੀ ਸ਼ਕਤੀ ਹੈ, ਅਤੇ ਪ੍ਰੈਜ਼ੀਡੈਂਟ ਦੀ ਸ਼ਕਤੀ ਹੈ। ਇਹ ਭਾਈ ਜਿਹੜੀ ਇਹਦਾ ਮੈਂ ਆਨਸਰ ਦੱਸ ਦੇਣਾ ਤੁਹਾਨੂੰ, ਇਹ ਜਿਹੜੀ ਹੈਗੀ ਸ਼ਕਤੀ, ਇਹ ਹੈਗੀ ਆਪਣੇ ਪ੍ਰੈਜ਼ੀਡੈਂਟ ਦੀ ਸ਼ਕਤੀ ਹੈ। ਕਿਹਦੀ ਸ਼ਕਤੀ ਹੈ ਪੁੱਤਰੋ? ਇਹ ਪ੍ਰੈਜ਼ੀਡੈਂਟ ਦੀ ਸ਼ਕਤੀ ਹੈ ਪੌਕਟ ਵੀਟੋ। ਆਪਣੇ ਵੀਟੋ ਪਾਵਰਾਂ ਕਿੰਨੀਆਂ ਹੁੰਦੀਆਂ? ਸਭ ਤੋਂ ਪਹਿਲਾਂ ਤਾਂ ਆਪਾਂ ਵੀਟੋ ਪਾਵਰਾਂ ਬਾਰੇ ਗੱਲ ਕਰੀਏ। ਵੀਟੋ ਪਾਵਰਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ? ਵੀਟੋ ਪਾਵਰਾਂ 3 ਤਰ੍ਹਾਂ ਦੀਆਂ ਹੁੰਦੀਆਂ: ਸਸਪੈਂਸ ਵੀਟੋ, ਐਬਸੋਲਿਊਟ ਵੀਟੋ, ਪਲੱਸ ਪੌਕਟ ਵੀਟੋ। ਪੌਕਟ ਵੀਟੋ ਕੀ ਹੁੰਦਾ? ਪੌਕਟ ਵੀਟੋ ਦੇ ਵਿੱਚ ਇਹ ਹੈ ਕਿ ਮਤਲਬ ਹੁਣ ਕਿਸਾਨਾਂ ਦਾ ਮੁੱਦਾ ਸੀ, ਕਿਸਾਨਾਂ ਦਾ ਮੁੱਦਾ ਬਿੱਲ 'ਚੋਂ ਸੰਸਦ ਦੇ ਵਿੱਚੋਂ ਪਾਸ ਕਰਕੇ, ਜਿੰਨਾ ਚਿਰ ਕਿਸੇ ਵੀ ਬਿੱਲ 'ਤੇ ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ ਉਹਨਾਂ ਚਿਰ ਉਹ ਬਿੱਲ ਮਨਜ਼ੂਰ ਨਹੀਂ ਕੀਤਾ ਜਾਂਦਾ ਹੁੰਦਾ। ਇਹ ਗੱਲ ਧਿਆਨ ਨਾਲ ਸੁਣ ਲਓ, ਜਿੰਨਾ ਚਿਰ ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ ਕਿਸੇ ਬਿੱਲ 'ਤੇ ਉਹਨਾਂ ਚਿਰ ਬਿੱਲ ਨੂੰ ਮਾਨਤਾ ਨਹੀਂ ਮਿਲੂਗੀ। ਓਕੇ, ਇਹ ਗੱਲ ਯਾਦ ਰੱਖਣੀ ਹੈ। ਉਹਨਾਂ ਚਿਰ ਸਿਰਫ ਉਹ ਇੱਕ ਕਾਗਜ਼ ਹੈਗਾ। ਜਿਹੜਾ ਪੌਕਟ ਵੀਟੋ ਹੁੰਦੀ ਹੈ ਬੱਚੋ, ਪੌਕਟ ਵੀਟੋ ਦਾ ਮਤਲਬ ਇਹ ਕਿ ਕਿਸਾਨਾਂ ਦਾ ਮੁੱਦਾ ਸੀ, ਕਿਸਾਨਾਂ ਦਾ ਬਿੱਲ ਪਾਸ ਕਰਨਾ ਸੀ, ਰਾਸ਼ਟਰਪਤੀ ਕੋਲ ਭੇਜਤਾ। ਰਾਸ਼ਟਰਪਤੀ ਨੇ ਚੁੱਪ ਕਰਕੇ ਉਹ ਉਹਦੀ ਜੇਬ 'ਚ ਪਾ ਲਿਆ ਅਤੇ ਉਹ 'ਤੇ ਕੋਈ ਚਰਚਾ ਨਹੀਂ ਕੀਤੀ, ਠੀਕ ਹੈ। ਕੋਈ ਉਹਨੇ ਗੱਲਬਾਤ ਨਹੀਂ ਕੀਤੀ ਕਿ ਮੈਨੂੰ ਕਿਸੇ ਨੇ ਬਿੱਲ ਭੇਜਿਆ ਸੀ ਕਿ ਨਹੀਂ ਭੇਜਿਆ ਸੀ। ਆਪਦੀ ਮਤਲਬ ਆਪਦੀ ਪੌਕਟ ਦੇ ਵਿੱਚ ਪਾ ਲਿਆ ਉਹਨੇ, ਜਿਹਦੇ ਕੋਈ ਵੀ ਚਰਚਾ ਨਾ ਕੀਤੀ ਜਾਵੇ, ਤਾਂ ਉਹ ਬਿੱਲ ਨੂੰ ਕੀ ਕਹਿ ਦਿੰਦੇ ਆਪਾਂ? ਪੌਕਟ ਵੀਟੋ ਕਹਿ ਦਿੰਦੇ ਉਹਨੂੰ। ਉਹਨੂੰ ਕਿਹਦਾ ਦਰਜਾ ਦਿੱਤਾ ਗਿਆ ਭਾਈ? ਪੌਕਟ ਵੀਟੋ ਦਾ। ਆਪਣੇ ਤਾਂ ਇਹ ਹੈਗਾ ਗਾ ਕਿ ਪੌਕਟ ਵੀਟੋ ਦੇ ਵਿੱਚ ਕੋਈ ਮਰਜ਼ੀ ਭਾਵੇਂ ਸਾਰੀ ਉਮਰ ਦਾ ਫੈਸਲਾ ਸੁਣਾਵੇ ਰਾਸ਼ਟਰਪਤੀ, ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਜਿਹੜਾ USA ਦੇ ਵਿੱਚ ਪੌਕਟ ਵੀਟੋ ਦੀ ਪਾਵਰ ਆ, ਉਹਦੇ ਵਿੱਚ 14 ਦਿਨਾਂ ਦੇ ਵਿੱਚ ਹਾਂ ਜਾਂ ਨਾ ਦੇਣਾ ਜ਼ਰੂਰੀ ਹੁੰਦਾ ਗਾ। ਇਸ ਤੋਂ ਬਾਅਦ ਐਬਸੋਲਿਊਟ ਵੀਟੋ ਇਹ ਹੁੰਦਾ ਕਿ ਐਬਸੋਲਿਊਟ ਵੀਟੋ ਦੇ ਵਿੱਚ ਰਾਸ਼ਟਰਪਤੀ ਡਾਇਰੈਕਟ ਬਿੱਲ ਨੂੰ ਨਾ ਕਰ ਸਕਦਾ ਕਿ ਭਾਈ ਮੈਂ ਇਹਦੇ ਸਾਈਨ ਨਹੀਂ ਕਰਦਾ, ਉਹਦੇ ਕੋਲ ਪਾਵਰ ਹੈ। ਸਸਪੈਂਸ ਵੀਟੋ ਦੇ ਵਿੱਚ ਇਹ ਹੁੰਦਾ ਕਿ ਮਤਲਬ ਉਹਦੇ ਕੋਲ ਬਿੱਲ ਆ ਗਿਆ ਰਾਸ਼ਟਰਪਤੀ ਕੋਲ, ਰਾਸ਼ਟਰਪਤੀ ਨੇ ਦੁਬਾਰੇ ਬਿੱਲ ਵਾਪਸ ਕਰਤਾ ਕਿ ਇਹਨੂੰ ਬਾਈ ਵੱਧ ਮੈਜੋਰਟੀ ਨਾਲ ਪਾਸ ਕਰਕੇ ਭੇਜੋ, ਜਾਂ ਇੱਕ ਵਾਰੀ ਉਹਨੂੰ ਰੀਡ ਕਰ ਲਓ ਦੁਬਾਰੇ, ਅਤੇ ਦੁਬਾਰਾ ਫਿਰ ਜਦੋਂ ਉਹਦੇ ਕੋਲ ਸਸਪੈਂਸ ਦੁਬਾਰਾ ਫਿਰ ਆਊਗਾ ਬਿੱਲ ਉਹਦੇ ਕੋਲ, ਤਾਂ ਉਹ ਸਾਈਨ ਕਰ ਦੂਗਾ। ਅਤੇ ਉਹ ਕਿਹੜਾ ਬਣ ਜੂਗਾ? ਉਹ ਬਣ ਜੂਗਾ ਸਸਪੈਂਸ ਵੀਟੋ। ਉਹ ਸਸਪੈਂਸ ਵੀਟੋ ਬਣ ਜੂਗਾ। ਇਹਦੇ ਵਿੱਚ ਉਹ ਡਾਇਰੈਕਟ ਨਾ ਕਰ ਸਕਦਾ, ਠੀਕ ਹੈ। 3 ਪਾਵਰਾਂ ਤੁਹਾਨੂੰ ਦੱਸ ਚੁੱਕਿਆ ਮੈਂ। ਇਹਨਾਂ ਦੇ ਵਿੱਚੋਂ ਕਹਿੰਦੇ ਫੰਡਾਮੈਂਟਲ ਰਾਈਟ ਨੂੰ ਹਟਾ ਦਿੱਤਾ ਗਿਆ ਹੈ। ਉਹ ਫੰਡਾਮੈਂਟਲ ਰਾਈਟ ਨੂੰ ਕਿਉਂ ਹਟਾ ਦਿੱਤਾ ਗਿਆ ਹੈਗਾ? ਕਿਹੜਾ ਫੰਡਾਮੈਂਟਲ ਰਾਈਟ ਆ ਜਿਹਨੂੰ ਆਪਣੇ ਵਿੱਚੋਂ ਕੱਢ ਦਿੱਤਾ ਗਿਆ? ਅਤੇ ਕਿੰਨੇ ਫੰਡਾਮੈਂਟਲ ਰਾਈਟ ਰਹਿ ਗਏ ਆਪਣੇ? ਦੇਖੋ ਬੱਚੇ, ਜਦੋਂ ਆਪਣਾ ਫੰਡਾਮੈਂਟਲ ਰਾਈਟ ਬਣਾਏ ਸੀ ਉਹਦੇ ਦੇ ਵਿੱਚ 7 ਫੰਡਾਮੈਂਟਲ ਰਾਈਟ ਸੀ, ਪਰ ਕੀ ਹੋਇਆ ਇਹਨਾਂ ਦੇ ਵਿੱਚੋਂ ਰਾਈਟ ਆਫ ਪ੍ਰੋਪਰਟੀ ਸੀ ਜਿਹੜਾ ਆਪਣਾ ਆਰਟੀਕਲ, ਉਹ ਹੈਗਾ ਹੁੰਦਾ ਸੀ ਆਰਟੀਕਲ 31 ਦੇ ਵਿੱਚ, ਉਹਨੂੰ ਰਿਮੂਵ ਕਰਤਾ ਸੀ ਇਹਨਾਂ ਨੇ, ਉਹਨੂੰ ਹਟਾਤਾ। ਕਿਉਂਕਿ ਕੇਸ਼ਵ ਨੰਦ ਭਾਰਤੀ ਦਾ ਕੇਸ ਹੋ ਗਿਆ ਸੀ, ਉਹ ਕੇਸ ਦੀ ਵਿੱਚ ਕਹਾਣੀ ਸੁਣਾਉਣ ਲੱਗ ਗਿਆ, ਬਹੁਤ ਵੱਡਾ ਕੇਸ ਵਗ ਜੂਗਾ। ਉਹਦੀ ਜਿਹੜੀ ਵੀਡੀਓ ਮੈਂ ਕਰਵਾਈ ਹੋਈ ਹੈ ਫੰਡਾਮੈਂਟਲ ਰਾਈਟਸ ਦੀ, ਜਿਹੜੇ ਬੱਚੇ ਨੇ ਨਹੀਂ ਦੇਖੀ ਤਾਂ ਉਹ ਫੰਡਾਮੈਂਟਲ ਰਾਈਟ ਦੀ ਵੀਡੀਓ ਦੇਖ ਲਓ, ਠੀਕ ਹੈ। ਅਤੇ ਆਪਣੀ ਪਲੇਲਿਸਟ ਬਣੀ ਹੋਈ ਪਲੇਟੀ ਦੀ ਉਹਦੇ ਵਿੱਚ ਪਈ ਹੈ, ਉਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈਗਾ। ਜਿਹੜੇ ਮੇਰੇ ਸਟੂਡੈਂਟ ਨੇ, ਠੀਕ ਹੈ, ਉਹਨਾਂ ਨੂੰ ਮੈਂ ਸਾਰਾ ਸਿਲੇਬਸ ਕਵਰ ਕਰਵਾ ਚੁੱਕਿਆ। ਥੋੜ੍ਹਾ ਮੋਟਾ ਸਿਲੇਬਸ ਰਹਿੰਦਾ, ਉਹ ਵੀ ਆਪਣਾ ਚੱਲੀ ਜਾਂਦਾ ਲਗਾਤਾਰ। ਕਹਿੰਦਾ ਉਹਦੇ ਪੇਪਰ ਤੱਕ ਉਹਦੀ ਫੁੱਲ ਤਿਆਰੀ ਹੋ ਜੂਗੀ। ਇੰਨਾ ਮੈਂ ਯਕੀਨ ਨਾਲ ਕਹਿ ਸਕਦਾ ਕਿ ਪੇਪਰ 80 ਤੋਂ 90%, 80-85% ਪੇਪਰ ਆਪਣੇ ਵਿੱਚੋਂ ਹੀ ਆਊਗਾ ਇਹਦੇ ਵਿੱਚੋਂ ਹੀ। ਕਿਉਂਕਿ ਮੈਂ ਕੋਈ ਵੀ ਚੀਜ਼ ਮਿਸ ਨਹੀਂ ਕੀਤੀ। ਮੈਂ ਇਹ ਨਹੀਂ ਸੋਚਦਾ ਹੁੰਦਾ ਕਿ
एक तो बंदे कुछ लालच होंदा, ठीक है, अपन कोई लालच नहीं, ना कोई फीस लालच ना कुछ होर। मैनूं सिर्फ ये होंदा कि मेरा भराया होया पेपर च आवे, ठीक है, तो वो आऊगा भी। जिहड़ी चीज़ आप सच्चे मन नाल करिए ना, चंगी नीत नाल करिए, वो चीज़ हमेशा सफल हुंदी हुंदी है। ये गल तुसीं देख लिओ। जिहड़ी बिना किसी लालच तो चीज़ होवे वो च हमेशा ही मानता मिलती है, हमेशा ही वो सुनी जाती। जिहड़ी चीज़ दे विच किसी दी लालच होवे वो चीज़ कदे पूरी नहीं हुंदी, ठीक है। तो आर्टिकल 31 ਦੇ ਵਿੱਚੋਂ भाई की करता, राइट ऑफ प्रॉपर्टी करता इन्होंने। क्यों करते? क्योंकि केशव नंद वाला केस हो गया सी, क्योंकि जमीन सरकारी प्रॉपर्टी ਦੇ ਵਿੱਚ आ गई, सो सारी चीज़ वो समझाई हुई है। तो ये कि फंडामेंटल राइट को कि हटाता आप, तो राइट ऑफ प्रॉपर्टी को भाई फंडामेंटल राइट की लिस्ट के कढ़ता। ये हुण किहड़ा राइट है? ये एक हुण लीगल राइट है। एक कंपटीशन हुण हो रहा है, राइट ऑफ प्रॉपर्टी से जिहड़ा इहनूं फंडामेंटल राइट के कढ़ के लीगल राइट के बच्चा पाता, पर किहड़े आर्टिकल के पाता? इहनूं पाता 300A आर्टिकल के, ठीक है। किहड़े आर्टिकल के? 300A आर्टिकल के। इस तो बाद चलते हैं आप अगे। इन्हां विचों किस स्टेट नूं एरिया स्पैशल प्रोविजन विच नहीं आउंदा है? किहड़ा एरिया भाई स्पैशल प्रोविजन दे विच नहीं आउंदा? दसो। स्पैशल प्रोविजन का मतलब कि उन्होंने विशेष एक अथॉरिटी मिली हुई है, विशेष एक अथॉरिटी मिली हुई है। देखो जम्मू कश्मीर दे विच चाहे 370 ते 35A इन्होंने खत्म करती, पर हजे भी उहदे कोले जम्मू कश्मीर कोले स्पैशल स्टेट का दर्जा किते ना किते हैगा। क्योंकि जे तुसीं जम्मू कश्मीर की नागरिकता लैनी है तो तुहानूं घट्टो घट्ट उत्थे 7 साल रहना पऊगा, वो भी जे तुसीं उत्थों दे स्कूल दे विचों 10वीं कीती है तां करके, ठीक है। मणीपुर दे विच, क्योंकि मणीपुर जमा अपने बार्डर से लग गया, ठीक है, मणीपुर जमा बार्डर से आउंदा गा। इहदे च भी कुछ इहो ਜਿਹੇ मतलब एरिया कि जिन्हां नाल अपनी चीज़ नाल नहीं बनदे, उत्थे लड़ाई वाला माहौल ही बनया रहिंदा, जिवें जम्मू कश्मीर च बनया रहिंदा गा, ठीक है। डिस्टरबेंस जा एरिया उन्ना ਉਹਨੂੰ भी इन्होंने स्पैशल दर्जे ਦੇ पाया हुआ कि लोग उतों हिलन ना डरते कि उन्हें सहूलतां दित्तियां जाण। तो मणीपुर भी आ जाता है, असाम भी पुत्रों आ जाता, क्योंकि असाम का भी थोड़ा जिहा एरिया बार्डर के नाल लगता, उत्थे भी थोड़ा डिस्टरबेंस एरिया, उन्होंने भी थोड़ी इन्होंने की दी हुई है, स्पैशल प्रोविजन दी हुई है, ठीक है। मणीपुर, असाम, जम्मू कश्मीर, ये अनुसूची 3 के भी इन्होंने इहदे बारे गल की हुई सी। तो राजस्थान, राजस्थान का कोई चक्कर नहीं है, ठीक है ना, जो राजस्थान स्टेट है जिन्होंने कोई प्रोविजन नहीं दी गई, ठीक है। इस तो बाद आ ऑपरेशन का पुत्रों ऐ समझ लो कि जे तुहानूं ऑपरेशन ना मिलिया तो मैनूं कुछ मर्जी कहते हो, 200% कि 1000% तुहानूं आ पेपर दे विच मिलूगा देखण नूं ऑपरेशन। इहदा रट्टा ला लो, रट्टा। जिहड़ा आर्टिकल 32 है, इनू द सॉइल ऑफ कॉन्स्टिट्यूशन कहा जाता, या हार्ट ऑफ कॉन्स्टिट्यूशन कहा जाता, या कॉन्स्टिट्यूशन का दिल कहा गया है, ठीक है। किहड़े किहने कही सी गल? किहने कही सी गल? जिहड़ा आर्टिकल 32 है द सॉइल ऑफ द कॉन्स्टिट्यूशन है, ये कहने BG तिलक ने कही सी, BR अंबेडकर ने कही सी, जवाहर नेहरू ने, BN राव ने कही सी। जिहड़ा BN राव सी, ये जिहड़ी अपनी कॉन्स्टिट्यूशन कमेटी सी, संविधान सभा सी जिहड़ी अपनी, उहदा की सी, सलाहकार सी, उहदा की सी सलाहकार पुछ लैंदे कॉन्स्टिट्यूशन असैंबली सलाहकार कौन से? BN राव। जवाहर नेहरू ने सब तो पहला संविधान बनाने वास्ते कहा सी। BG तिलक का इन्हां कोई संबंध नहीं है। BR अंबेडकर भाई का सही आंसर है ऑप्शन नंबर B। डॉक्टर BR अंबेडकर ने कहा कि जो आर्टिकल 32 है आप सॉइल ऑफ कॉन्स्टिट्यूशन भी कह देंगे हैं। एक चलो होर प्रश्न में ज़्यादा आ गया, मिनी कॉन्स्टिट्यूशन किहड़े अमेंडमेंट नूं कहा गया? दोस्तों जी, किहड़े अमेंडमेंट नूं मिनी कॉन्स्टिट्यूशन कहा गया? 42वें अमेंडमेंट नूं मिनी कॉन्स्टिट्यूशन कहा गया। ये गल याद है क्योंकि उदों इहदे विच बहुत सारे संशोधन किए गए सी 1976 दे विच। आर्टिकल 32 नूं की कहा जाता? कहते होर आर्टिकल 32 नूं की कहा जाता? एक तो कहा जाता गा हार्ट ऑफ कॉन्स्टिट्यूशन या सॉइल ऑफ कॉन्स्टिट्यूशन। आर्टिकल 32 नूं होर की कहा जाता है? इनू कहते कहा जाता गा कॉन्स्टिट्यूशन रेमेडी, राइट टू फ्रीडम, राइट अगेंस्ट एक्सप्लोटेशन, राइट टू इक्वलिटी। आ तो आ जाता 19 तो लैके 22 के विच, ठीक है। आ जाता गा 23 तो 24 के विच, आ जाता गा 14 तो 18 के विच। आर्टिकल 32 है कॉन्स्टिट्यूशन रेमेडी, कितने भी आ गया जाए भी पूछ सकते कॉन्स्टिट्यूशन ऐ भी लिखा जा सकता किनू हार्ट ऑफ सॉइल या हार्ट ऑफ कॉन्स्टिट्यूशन किनू कहा जाता? कॉन्स्टिट्यूशन रेमेडी नूं। कई बार आर्टिकल 32 ना दे के उत्थे कॉन्स्टिट्यूशन रेमेडी भी लिख सकते हैं, ठीक है। ये गल भी याद रखनी है। कहते जेकर केंद्र सरकार है स्टेट सरकार विचाले कोई झगड़ा होंदा तो केस किस कोल जाएगा? तुहानूं दस्सिया होया कि जिहड़े बहुत वड्डे पद्धर ते केस हो जाण,
बहुत वड्डे किधर ते केस हो जाण, मतलब जिहड़ी सारी दुनिया दे विच जग जाहिर हो जाण, जिवें कि राम मंदिर का मामला सी, किसानां दा मामला सी, ठीक है, जां किसी स्टेट दा आपस दे विच झगड़ा सी, जिवें SBL दा झगड़ा सी, दो स्टेटां दा झगड़ा भी हुंदा जिहड़ा, ते ਜਿਹੜੇ पूरे ਵੱਡੇ पद्धर ਤੇ हो जाण मामले कित्थे जाणगे, ਇਹ ਜਾਣਗੇ ਕਹਿੰਦੇ हाई कोर्ट, सुप्रीम कोर्ट, प्रेजिडेंट कोल ਤਾਂ कैग कोल। कैग कोल ਤਾਂ ਜਾ ਹੀ ਨਹੀਂ ਸਕਦੇ, ਕਹਿੰਦਾ कैग है ਜਿਹੜਾ, कैग ਦਾ ਕੀ ਮਤਲਬ ਹੈ, कैग ਦੀ फुल फॉर्म ਕੀ ਹੁੰਦੀ है, कंट्रोलर एडिटर ऑफ जर्नल। ਇਹ आर्टिकल 148 ਦੇ ਵਿੱਚ ਆਉਂਦਾ। ਇਹਦਾ ਤਾਂ ਕੀ ਕੰਮ ਹੁੰਦਾ, ਇਹਦਾ ਤਾਂ ਲੇਖਾ ਜੋਖਾ ਹੁੰਦਾ ਕੰਮ ਕਰਨਾ। ਇਹਦਾ ਕੰਮ ਕੀ ਹੁੰਦਾ, ਲੇਖਾ ਜੋਖਾ ਕਰਨਾ, ਕਿਸੇ ਨੇ ਫੰਡ 'ਚੋਂ ਪੈਸੇ ਕਢਾਉਣੇ ਆ, ਕਿਸੇ ਫੰਡ 'ਚ ਪੈਸੇ ਪਾਉਣੇ ਆ, ਉਹ ਸਾਰਾ ਕੰਮ ਦਾ ਜਿਹੜਾ ਲੇਖਾ ਜੋਖਾ ਹੁੰਦਾ ਉਹ कैग ਕਰਦਾ ਗਾ, ਠੀਕ ਹੈ, कैग 148 ਦੇ ਵਿੱਚ ਆਉਂਦਾ ਗਾ। ਪ੍ਰੈਜ਼ੀਡੈਂਟ ਨਾਲ ਤਾਂ ਕੋਈ ਲੱਲਾ ਕੱਖੀ ਨਹੀਂ ਹੈਗਾ ਇਹਦਾ। ਰੌਲਾ ਰਹੇਗਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ, ਕਿਉਂਕਿ ਕੇਸ ਤਾਂ ਇਹਨਾਂ ਕੋਲ ਹੀ ਜਾਣਗੇ। ਹਾਈ ਕੋਰਟ ਕੋਲ ਹੀ ਨਹੀਂ ਜਾਊਗਾ, ਕਿਉਂਕਿ ਹਾਈ ਕੋਰਟ ਛੋਟੇ ਪੱਧਰ 'ਤੇ ਜਾ ਕੇ ਜਦੋਂ ਕੋਈ ਵੱਡਾ ਪੱਧਰ ਦਾ ਮਾਮਲਾ ਹੋ ਜੇ ਉਹ ਜਾਊਗਾ ਸੁਪਰੀਮ ਕੋਰਟ ਕੋਲ। ਸੁਪਰੀਮ ਕੋਰਟ ਕਿਹੜੇ ਆਰਟੀਕਲ 'ਚ ਆਉਂਦੀ ਹੈ, 124 ਆਰਟੀਕਲ ਦੇ ਵਿੱਚ। ਜਿਹੜਾ ਇਹ ਸਟੇਟਾਂ ਦਾ ਝਗੜਾ ਜਾਊਗਾ, ਇਹ ਕਿਹੜੀ ਜੁਡੀਸ਼ਰੀ ਦੇ ਅੰਡਰ ਜਾਊਗਾ, ਇਹ ਜਾਊਗਾ ਰੀਜਨਲ ਜੁਡੀਸ਼ਰੀ ਦੇ ਅੰਡਰ। ਰੀਜਨਲ ਜੁਡੀਸ਼ਰੀ ਦੇ ਅੰਡਰ ਕਹਿੰਦਾ ਮਤਲਬ ਕਿ ਉਹ ਮਾਮਲੇ ਜਿਹੜੇ ਸਿਰਫ ਤੇ ਸਿਰਫ ਸੁਪਰੀਮ ਕੋਰਟ ਹੀ ਜਾਣਗੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ, ਓਰੀਜਨਲ ਜੁਡੀਸ਼ਰੀ, ਠੀਕ ਹੈ। ਇਹ ਤੁਹਾਨੂੰ ਜੁਡੀਸ਼ਰੀਆਂ ਵੀ ਕਰਵਾਈਆਂ ਹੋਈਆਂ ਮੈਂ ਪ੍ਰੈਜ਼ੀਡੈਂਟ ਵਾਲੇ 'ਚ, ਅਤੇ ਯਾਦ ਕਰ ਲਿਓ ਜਾ ਕੇ। ਹਾਈ ਕੋਰਟ ਵਾਲੇ 'ਚ, ਹਾਈ ਕੋਰਟ ਸੁਪਰੀਮ ਕੋਰਟ ਵਾਲੇ ਲੈਕਚਰਾਂ 'ਚ ਕਰਵਾਈਆਂ ਹੋਈਆਂ। ਜਿਹੜੇ ਨਵੇਂ ਸਟੂਡੈਂਟ ਆਏ ਉਹਨਾਂ ਦੇ ਵੀ ਕੋਈ ਚੱਕਰ ਨਹੀਂ, ਮੈਂ ਤੁਹਾਨੂੰ ਸਾਰਿਆਂ ਨੂੰ ਬਣਾ ਕੇ ਦਊਂਗਾ ਨਵਾਂ ਟੇਬਲ ਕਿ ਤੁਸੀਂ ਕਿੱਥੋਂ ਪੜ੍ਹਨਾ ਕਿੱਥੋਂ ਨਹੀਂ ਪੜ੍ਹਨਾ, ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਲੱਗ ਰਿਹਾ। ਉਹ ਕਹਿੰਦੇ ਸਾਨੂੰ ਸਮਝ ਥੋੜ੍ਹੀ ਬਹੁਤ ਹੁੰਦੀ ਹੈ, ਬਸ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅਸੀਂ ਪੜ੍ਹ ਗਏ ਕਿੱਥੋਂ। ਦੇਖੋ, ਜੇਕਰ ਕੇਂਦਰ ਸਰਕਾਰ ਅਤੇ ਸਟੇਟ ਸਰਕਾਰ ਵਿੱਚ ਕੋਈ ਵੀ ਝਗੜਾ ਹੁੰਦਾ ਹੈ ਤਾਂ ਉਹ ਕਿਸੇ ਜੁਡੀਸ਼ਰੀ ਦੇ ਅੰਦਰ ਆਉਂਦਾ ਹੈ। ਪਹਿਲਾਂ ਇਹਨਾਂ ਨੇ ਇਹ ਪੁੱਛਿਆ ਸੀ ਕਿ ਮਾਮਲਾ ਜਾਊਗਾ ਕਿਹਦੇ ਕੋਲੇ, ਠੀਕ ਹੈ। ਪਹਿਲਾਂ ਨੇ ਇਹ ਪੁੱਛਿਆ ਕਿ ਕੇਂਦਰ ਸਰਕਾਰ ਅਤੇ ਸੈਂਟਰ ਸਰਕਾਰ ਦਾ ਕੋਈ ਵੀ ਮਾਮਲਾ ਉਹ ਜਾਊਗਾ ਕਿੱਥੇ, ਉਹ ਜਾਊਗਾ ਸੁਪਰੀਮ ਕੋਰਟ ਦੇ ਵਿੱਚ। ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਕਿਹੜੀ ਜੁਡੀਸ਼ਰੀ ਦੇ ਅੰਡਰ ਜਾਊਗਾ, ਕਹਿੰਦੇ ਓਰੀਜਨਲ ਜੁਡੀਸ਼ਰੀ ਦੇ, ਅਪੀਲ, ਰਿਟ, ਐਡਵਾਈਜ਼ਰੀ ਜੁਡੀਸ਼ਰੀ ਦੇ। ਦੇਖੋ, ਇਹਦਾ ਆਨਸਰ ਹੈਗਾ ਆਪਸ਼ਨ ਨੰਬਰ ਏ, ਕਿਉਂਕਿ ਮੈਂ ਤੁਹਾਨੂੰ ਦੱਸ ਦਿੱਤਾ ਕਿ ਕੋਈ ਵੀ ਓਰੀਜਨਲ ਜੁਡੀਸ਼ਰੀ ਦੇ ਵਿੱਚ ਉਹ ਕੇਸ ਆਉਂਦੇ ਆ ਜਿਹੜੇ ਸਿਰਫ ਤੇ ਸਿਰਫ ਸਿੱਧਾ ਹੀ ਹੱਕ ਉਹਨਾਂ ਦਾ ਸੁਪਰੀਮ ਕੋਰਟ ਦਾ ਹੱਕ ਆ ਉਹਨਾਂ 'ਤੇ। ਜਿਵੇਂ ਕਿਸਾਨਾਂ ਦਾ ਮੁੱਦਾ ਹੈ, ਇਹ ਸਿੱਧਾ ਹੀ ਸਿੱਧਾ ਸੁਪਰੀਮ ਕੋਰਟ ਦਾ ਹੱਕ ਹੈ ਕਿ ਉੱਥੇ ਹੀ ਜਾਣਗੇ। ਜਿਹੜੇ ਵੱਡੇ ਮਾਮਲੇ ਹੁੰਦੇ ਆ ਜਿਹੜੇ ਉਹ ਮਾਮਲੇ ਸਿੱਧੀ ਓਰੀਜਨਲ ਜੁਡੀਸ਼ਰੀ ਦੇ ਅੰਡਰ, ਜਿਹਨਾਂ ਦਾ ਹੱਕ ਹੀ ਸਿਰਫ ਸੁਪਰੀਮ ਕੋਰਟ ਜਾਂਦਾ, ਉੱਥੇ ਹੀ ਜਾਣਗੇ। ਇਸ ਤੋਂ ਬਾਅਦ ਅਪੀਲ ਜੁਡੀਸ਼ਰੀ ਕੀ ਹੁੰਦੀ ਹੈ। ਅਪੀਲ ਜੁਡੀਸ਼ਰੀ ਸਮਝੋ ਕੀ ਹੁੰਦੀ ਹੈ। ਮੰਨ ਲਓ ਮੈਂ ਸੈਸ਼ਨ ਕੋਰਟ ਦੇ ਵਿੱਚ ਕੇਸ ਕੀਤਾ, ਸੈਸ਼ਨ ਕੋਰਟ ਜਾਂ ਡਿਸਟ੍ਰਿਕਟ ਕੋਰਟ, ਜਿਵੇਂ ਸਾਡੇ ਬਠਿੰਡੇ ਆ, ਮੈਂ ਇੱਥੇ ਕੇਸ ਕਰਤਾ, ਮੈਂ ਇੱਥੋਂ ਕੇਸ ਹਾਰ ਗਿਆ। ਇਸ ਤੋਂ ਬਾਅਦ ਮੈਂ ਅਪੀਲ ਕਰੂੰਗਾ, ਕਿੱਥੇ ਅਪੀਲ ਕਰੂੰਗਾ, ਹਾਈ ਕੋਰਟ ਦੇ ਵਿੱਚ ਮੈਂ ਅਪੀਲ ਕਰੂੰਗਾ। ਹਾਈ ਕੋਰਟ ਦੇ ਵਿੱਚੋਂ ਮੈਂ ਕੇਸ ਹਾਰ ਗਿਆ, ਮੈਂ ਕਰਤਾ ਸੁਪਰੀਮ ਕੋਰਟ ਦੇ ਵਿੱਚ ਕੇਸ, ਉੱਥੇ ਜਾ ਕੇ ਮੈਂ ਜਿੱਤ ਗਿਆ, ਠੀਕ ਹੈ। ਜਿੱਤ ਗਿਆ ਜਾਂ ਹਾਰ ਗਿਆ ਉਹ ਬਾਅਦ ਦੀਆਂ ਗੱਲਾਂ ਹੈਗੀਆਂ। ਮਤਲਬ ਪਹਿਲਾਂ ਮੈਂ ਸੈਸ਼ਨ ਕੋਰਟ ਦੇ ਵਿੱਚ ਸੀ, ਇੱਥੋਂ ਮੈਂ ਜਦੋਂ ਹਾਰ ਗਿਆ ਮੈਂ ਅਪੀਲ ਕਰਤੀ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਜਦੋਂ ਮੈਂ ਹਾਰ ਗਿਆ ਦੁਬਾਰਾ ਮੈਂ ਅਪੀਲ ਕਰਤੀ ਸੁਪਰੀਮ ਕੋਰਟ ਦੇ ਵਿੱਚ। ਜਿਹੜੀ ਆਪਾਂ ਅਪੀਲ ਕਰਕੇ ਅੱਗੇ ਸੁਪਰੀਮ ਕੋਰਟਾਂ ਦੇ ਵਿੱਚ ਜਾਣਾ, ਉਹ ਚੀਜ਼ ਕਿਹੜੀ ਜੁਡੀਸ਼ਰੀ ਦੇ ਅੰਡਰ ਆਉਂਦੀ ਹੈ, ਉਹ ਹੁੰਦੀ ਆ ਅਪੀਲ ਜੁਡੀਸ਼ਰੀ ਦੇ ਅੰਡਰ। ਆਪਾਂ ਇੱਕ ਕੇਸ ਹਾਰ ਕੇ ਦੂਜੀ ਜਗ੍ਹਾ 'ਤੇ ਜਾ ਸਕਦਾ, ਦੂਜੋ ਹਾਰ ਕੇ ਤੀਸਰੀ ਜਗ੍ਹਾ 'ਤੇ ਹਾਜ਼ਰ। ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੁੰਦਾ ਉਹ ਅੰਤਿਮ ਫੈਸਲਾ ਹੁੰਦਾ, ਉਸ ਤੋਂ ਬਾਅਦ ਕੁਛ ਨਹੀਂ ਹੋ ਸਕਦਾ ਹੋਰ। ਓਕੇ ਜੀ। ਰਿਟ ਜੁਡੀਸ਼ਰੀ ਕੀ ਹੁੰਦੀ ਹੈ। ਰਿਟ ਜੁਡੀਸ਼ਰੀ ਉਹ ਹੁੰਦੀ ਹੈ ਕਿ ਜਿਹਦੇ ਵਿੱਚ ਸੁਪਰੀਮ ਕੋਰਟ ਵੀ ਆਰਟੀਕਲ 32 ਦੇ ਤਹਿਤ ਰਿਟ ਜਾਰੀ ਕਰ ਸਕਦੇ, ਅਤੇ ਸੁਪਰੀਮ ਕੋਰਟ ਵੀ ਰਿਟ ਜਾਰੀ, ਹਾਈ ਕੋਰਟ ਵੀ ਰਿਟ ਜਾਰੀ ਕਰ ਸਕਦੀ ਹੁੰਦੀ ਇਹਦੇ ਵਿੱਚ, ਠੀਕ ਹੈ। ਅਤੇ ਰਿਟਾਂ ਤੁਹਾਨੂੰ ਕਰਵਾਈਆਂ ਹੋਈਆਂ, ਰਿਟਾਂ ਦੀ ਸੰਖਿਆ 5 ਹੈ। ਉਹ ਤੁਸੀਂ ਦੇਖ ਲਿਓ ਭਾਈ ਰਿਟਾਂ ਦੀ ਸੰਖਿਆ ਕਿਹੜੀ ਹੈ, ਠੀਕ ਹੈ। ਉਹਦਾ ਸਪੈਸ਼ਲ ਲੈਕਚਰ ਲਾਇਆ ਹੋਇਆ, ਉਹ ਦੇਖ ਲਓ। ਐਡਵਾਈਜ਼ਰੀ ਜੁਡੀਸ਼ਰੀ ਕੀ ਹੁੰਦੀ ਹੈ। ਐਡਵਾਈਜ਼ਰੀ ਜੁਡੀਸ਼ਰੀ ਇਹ ਹੁੰਦੀ ਹੈ ਕਿ ਜਿਹੜੀ ਵੱਡੀ ਕੋਰਟ ਆ ਸੁਪਰੀਮ ਕੋਰਟ, ਉਹ ਛੋਟੀ ਕੋਰਟ ਨੂੰ ਕੀ ਦੇਊਗੀ, ਸਲਾਹ ਵੀ ਦੇ ਸਕਦੀ ਕਿ ਤੁਸੀਂ ਆਹ ਕੰਮ ਐਂ ਕਰਕੇ ਕਰਨਾ। ਅਤੇ ਜਿਹੜੀ ਹਾਈ ਕੋਰਟ ਹੈ ਉਹ ਆਪਦੇ ਏਰੀਏ ਦੇ ਵਿੱਚ ਜਿਹੜੀ ਉਹਨਾਂ ਦੇ ਵਿੱਚ ਡਿਸਟ੍ਰਿਕਟ ਕੋਰਟ ਆਉਂਦੀ ਆ, ਉਹਨਾਂ ਨੂੰ ਵੀ ਉਹ ਮਤਲਬ ਸਲਾਹ ਦੇ ਸਕਦੇ ਆ ਐਡਵਾਈਜ਼ਰੀ ਜੁਡੀਸ਼ਰੀ ਦੇ ਅਨੁਸਾਰ, ਠੀਕ ਹੈ ਜੀ। ਇਹ ਜਿਹੜੇ ਵੱਡੇ ਮਸਲੇ ਹੁੰਦੇ ਓਰੀਜਨਲ ਜੁਡੀਸ਼ਰੀ ਦੇ ਅੰਡਰ ਜਾਣਗੇ। ਆਪਸ਼ਨ ਨੰਬਰ ਏ ਦਾ ਬਿਲਕੁਲ ਸਹੀ ਆਨਸਰ ਹੈ। ਇਸ ਤੋਂ ਬਾਅਦ ਕਹਿੰਦੇ ਕਿਸ ਆਰਟੀਕਲ ਦੇ ਵਿੱਚ ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਟੂ ਦਾ ਐਨਵਾਇਰਨਮੈਂਟ, ਵਿਲਡ ਐਂਡ ਫੋਰੈਸਟ ਆਉਂਦੇ ਹਨ। ਕਿ ਇਹਨਾਂ ਦੀ ਪ੍ਰੋਟੈਕਸ਼ਨ ਬਾਰੇ ਦੱਸਿਆ ਕਿ ਆਪਾਂ ਨੂੰ ਵਾਤਾਵਰਨ ਦੀ, ਜਾਨਵਰਾਂ ਦੀ ਅਤੇ ਜੰਗਲਾਂ ਦੀ ਰੱਖਿਆ ਕਰਨੀ ਚਾਹੀਦੀ। ਕਿਹੜੇ ਆਰਟੀਕਲ ਦੇ ਵਿੱਚ ਆਉਂਦਾ, ਆਰਟੀਕਲ 46 ਦੇ ਵਿੱਚ, ਆਰਟੀਕਲ 48 ਦੇ ਵਿੱਚ, ਆਰਟੀਕਲ 52 ਦੇ ਵਿੱਚ, ਕਿ ਆਰਟੀਕਲ 49 ਦੇ ਵਿੱਚ। ਤਾਂ ਤੁਸੀਂ ਇੱਕ ਗੱਲ ਇਹਨੂੰ ਯਾਦ ਰੱਖੋ, ਇਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦਿੱਤੀਆਂ ਹੋਈਆਂ ਸਾਰੀਆਂ ਇਹ 46 48 ਦੇ ਵਿੱਚ ਦਿੱਤੀਆਂ ਹੋਈਆਂ। 5 ਤੋਂ ਲੈ ਕੇ 11 ਤੱਕ ਕਿਹੜਾ ਹੁੰਦਾ, ਸਿਟੀਜ਼ਨਸ਼ਿਪ। 12 ਤੋਂ 35 ਤੱਕ ਕਿਹੜਾ ਹੁੰਦਾ ਗਾ, ਫੰਡਾਮੈਂਟਲ ਰਾਈਟ। ਅਤੇ 36 ਤੋਂ 51 ਤੱਕ ਕਿਹੜਾ ਹੁੰਦਾ, DPSP, ਠੀਕ ਹੈ।
ਤੇ 51A ਦੇ ਵਿੱਚ ਕਿਹੜਾ ਆ ਜਾਂਦਾ, ਫੰਡਾਮੈਂਟਲ ਡਿਊਟੀਜ਼। ਤਾਂ ਇਹ ਗੱਲ ਕਰ ਰਿਹਾ DSPP ਦੀ, ਕਿਹਦੀ ਗੱਲ ਕਰ ਰਿਹਾ, DPSP ਦੀ ਗੱਲ ਕਰ ਰਿਹਾ। DPSP ਕਹਿੰਦੇ ਜਾਂਦਾ ਪਾਰਟ ਚੌਥੇ ਦੇ ਵਿੱਚ ਆ ਜਾਂਦਾ। ਤਾਂ ਇਹ ਆ ਜਾਊਗਾ ਭਾਈ ਆਰਟੀਕਲ 48A ਦੇ ਵਿੱਚ ਗੱਲ ਕੀਤੀ ਹੋਈ ਹੈ, ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਕਰਨੀ ਆਪਾਂ ਇਨਵਾਇਰਨਮੈਂਟ ਦੀ, ਵਿਲਡ ਐਂਡ ਫੋਰੈਸਟ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਗਾ, ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ, ਤੁਹਾਨੂੰ ਬਹੁਤ ਵਾਰੀ ਕਰਵਾਤਾ ਤਾਂ ਮੈਂ ਕਿ ਰਾਜ ਸਭਾ ਸੰਸਦ ਦੇ 3 ਭਾਗ ਹੁੰਦੇ ਆ, ਪਤਾ ਨਾ ਤੁਹਾਨੂੰ ਕਿੰਨੇ ਭਾਗ ਹੁੰਦੇ ਸੰਸਦ ਦੇ, 3 ਭਾਗ ਹੁੰਦੇ ਆ। ਇੱਕ ਭਾਗ ਕਿਹੜਾ ਹੁੰਦਾ, ਰਾਜ ਸਭਾ, ਲੋਕ ਸਭਾ ਪਲੱਸ ਰਾਸ਼ਟਰਪਤੀ। ਇਹ ਗੱਲ ਯਾਦ ਰੱਖਣੀ ਹੈ, ਸੰਸਦ ਦੇ 3 ਭਾਗ ਹੁੰਦੇ ਆ। ਜਿਹੜਾ ਰਾਜ ਸਭਾ ਹੁੰਦੀ ਹੈ ਤਾਂ ਆਉਂਦੀ ਹੈ ਆਰਟੀਕਲ 80 ਦੇ ਵਿੱਚ, ਜਿਹੜੀ ਲੋਕ ਸਭਾ ਆਉਂਦੀ ਹੈ ਆਰਟੀਕਲ 81 ਦੇ ਵਿੱਚ, ਰਾਸ਼ਟਰਪਤੀ ਆਉਂਦਾ ਆਰਟੀਕਲ 52 ਦੇ ਵਿੱਚ, ਅਤੇ ਸੰਸਦ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, ਆਰਟੀਕਲ 79 ਦੇ ਵਿੱਚ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ, ਰਾਜ ਸਭਾ ਦਾ ਚੇਅਰਮੈਨ ਭਾਈ ਜਿਹੜਾ ਹੁੰਦਾ ਕਹਿੰਦੇ ਉਹ ਰਾਸ਼ਟਰਪਤੀ ਹੁੰਦਾ, ਉਪ ਰਾਸ਼ਟਰਪਤੀ ਹੁੰਦਾ, ਪ੍ਰਧਾਨ ਮੰਤਰੀ ਹੁੰਦਾ, ਮੁੱਖ ਮੰਤਰੀ ਹੁੰਦਾ। ਤਾਂ ਜਿਹੜਾ ਭਾਈ ਰਾਜ ਸਭਾ ਦਾ ਚੇਅਰਮੈਨ ਹੁੰਦਾ ਉਹ ਹੁੰਦਾ ਉਪ ਰਾਸ਼ਟਰਪਤੀ। ਤੁਸੀਂ ਆਰੇ ਕਾਪੇ ਦੀ ਨਿਸ਼ਾਨੀ ਲਾਉਣੀ ਹੈ, ਫਿਰ ਹੀ ਅੱਗੇ ਵਧਣਾ। ਇਹਦਾ ਆਨਸਰ ਹੈਗਾ ਆਪਸ਼ਨ ਨੰਬਰ B। ਕਿਸ ਕਮੇਟੀ ਨੇ ਪੰਚਾਇਤੀ ਰਾਜ ਸਿਸਟਮ ਬਣਾਇਆ ਸੀ, ਪੰਚਾਇਤੀ ਰਾਜ ਸਿਸਟਮ ਸਭ ਤੋਂ ਪਹਿਲਾਂ ਕਿਹੜੀ ਸਟੇਟ 'ਚ ਬਣਾਇਆ ਗਿਆ, ਕਿਹੜੀ ਕਮੇਟੀ ਨੇ ਕਿਹਾ ਸੀ ਕਿ ਪੰਚਾਇਤੀ ਰਾਜ ਸਿਸਟਮ ਵੀ ਹੋਣਾ ਚਾਹੀਦਾ, ਕਿਰਨ ਸਿਲਵਾ ਕਮੇਟੀ, ਖੱਤਰ ਕਮੇਟੀ, ਡਰਾਫਟ ਕਮੇਟੀ ਅਤੇ ਬਲਵੰਤ ਰਾਏ ਕਮੇਟੀ। ਡਰਾਫਟ ਕਮੇਟੀ ਦਾ ਕੱਟ ਦੋ ਕਿਉਂਕਿ ਇਹਦਾ ਸੰਬੰਧ ਸੰਵਿਧਾਨ ਨਾਲ ਹੈ। ਤਾਂ ਇਹਦਾ ਸਭ ਤੋਂ ਮੇਨ ਜਿਹੜੀ ਪੰਚਾਇਤੀ ਰਾਜ ਬਣਿਆ ਸੀ ਭਾਈ, ਇਹ ਬਣਾਇਆ ਸੀ ਬਲਵੰਤ ਰਾਏ ਕਮੇਟੀ ਨੇ। ਸਭ ਤੋਂ ਪਹਿਲਾਂ ਪੰਚਾਇਤੀ ਰਾਜ ਕਿਹੜੀ ਸਟੇਟ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਇੰਡੀਆ ਦੇ ਵਿੱਚ, 1959 ਦੇ ਵਿੱਚ ਰਾਜਸਥਾਨ ਦੇ ਵਿੱਚ। ਰਾਜਸਥਾਨ ਦੀ ਰਾਜਧਾਨੀ ਕੀ ਹੈ, ਜੈਪੁਰ। ਠੀਕ ਹੈ, ਇੱਥੇ ਪੰਚਾਇਤੀ ਰਾਜ ਸਿਸਟਮ ਚਲਾਇਆ ਗਿਆ ਸੀ। ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਬਹੁਤ ਜ਼ਿਆਦਾ। ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ, ਬੱਚੇ ਨੂੰ ਵੀ ਪਤਾ ਹੋਊਗਾ ਬੱਚੋ, ਫਸਟ ਸਿਟੀਜ਼ਨ ਆਫ ਇੰਡੀਆ। ਫਸਟ ਸਿਟੀਜ਼ਨ ਆਫ ਇੰਡੀਆ ਕੌਣ ਹੁੰਦਾ ਆਪਣਾ, ਇਹ ਹੁੰਦਾ ਭਾਈ ਰਾਸ਼ਟਰਪਤੀ ਹੁੰਦਾ, ਉਪ ਰਾਸ਼ਟਰਪਤੀ ਹੁੰਦਾ, ਪ੍ਰਧਾਨ ਮੰਤਰੀ ਹੁੰਦਾ, ਗਵਰਨਰ ਹੁੰਦਾ। ਪ੍ਰਧਾਨ ਮੰਤਰੀ ਵੀ ਨਹੀਂ ਹੋ ਸਕਦਾ, ਉਪ ਰਾਸ਼ਟਰਪਤੀ ਵੀ ਨਹੀਂ ਹੋ ਸਕਦਾ, ਗਵਰਨਰ ਵੀ ਨਹੀਂ ਹੋ ਸਕਦਾ। ਤਾਂ ਰਾਸ਼ਟਰਪਤੀ ਹੈ ਜਿਹੜਾ ਆਪਣੇ ਫਸਟ ਸਿਟੀਜ਼ਨ ਆਫ ਇੰਡੀਆ ਹੁੰਦਾ। ਇਹ ਗੱਲ ਯਾਦ ਰੱਖਣੀ ਹੈ। ਪੰਚਾਇਤੀ ਰਾਜ ਸਿਸਟਮ ਭਾਰਤ ਵਿੱਚ ਕਿਸ ਸਟੇਟ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਤੁਹਾਨੂੰ ਹੁਣੀ ਕਰਵਾ ਕੇ ਗਏ 1959 ਦੇ ਵਿੱਚ ਰਾਜਸਥਾਨ ਦੇ ਵਿੱਚ। ਇਹਦਾ ਆਨਸਰ ਆ ਜਾਊਗਾ। ਠੀਕ ਹੈ ਜੀ, ਚਲੋ ਚੱਲਦੇ ਅੱਗੇ ਜੀ। ਕਿਸ ਆਰਟੀਕਲ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਾਲ ਉਸਦਾ ਮੰਤਰੀ ਮੰਡਲ ਵੀ ਹੋਵੇਗਾ, 68, 76, 61, 79। ਠੀਕ ਹੈ, 61 ਤਾਂ ਹੀ ਨਹੀਂ ਸਕਦਾ। 61 ਕਿਹਦੇ ਨਾਲ ਰਿਲੇਟਡ ਹੈਗਾ, 61 ਤਾਂ ਹੈਗਾ ਭਾਈ ਰਿਲੇਟਡ ਆਪਣਾ ਇੰਪੀਚਮੈਂਟ ਨਾਲ। ਕਿਹਦੇ ਨਾਲ ਰਿਲੇਟਡ ਹੈ, ਇੰਪੀਚਮੈਂਟ ਨਾਲ। ਕਿਹਦੀ ਇੰਪੀਚਮੈਂਟ ਨਾਲ ਦੱਸੋ ਜੀ, ਕਿਹਦੀ ਇੰਪੀਚਮੈਂਟ ਨਾਲ ਸੰਬੰਧਿਤ ਹੈ, ਇਹ ਹੈਗਾ ਆਪਣਾ ਇੰਪੀਚਮੈਂਟ ਨਾਲ ਸੰਬੰਧਿਤ, ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਨਾਲ ਸੰਬੰਧਿਤ। 79 ਕਾਹਦੇ 'ਚ ਆ ਜਾਂਦਾ, 79 ਮੈਂ ਤੁਹਾਨੂੰ ਹੁਣੀ ਕਰਵਾ ਕੇ ਗਿਆ ਸੰਸਦ। ਠੀਕ ਹੈ, 79 ਕਾਹਦੇ ਵਿੱਚ ਆ ਜਾਂਦਾ, ਸੰਸਦ ਦੇ ਵਿੱਚ ਆ ਜਾਂਦਾ ਹੈਗਾ। ਹੁਣ ਰੌਲਾ ਕਾਹਦਾ ਰਹਿ ਗਿਆ, ਆਰਟੀਕਲ 74 ਆਉਂਦਾ ਭਾਈ। ਇਹਦੇ ਵਿੱਚ ਕੀ ਆਉਂਦਾ ਗਾ, ਜਿਹੜਾ ਆਰਟੀਕਲ 74 ਹੈਗਾ ਇਹ ਆਉਂਦਾ ਗਾ ਪ੍ਰਧਾਨ ਮੰਤਰੀ ਨਾਲ ਉਸਦਾ ਮੰਤਰੀ ਮੰਡਲ ਵੀ ਹੋਵੇਗਾ, ਅਤੇ ਇਹਦੇ ਵਿੱਚ ਹੀ ਆ ਜਾਂਦਾ ਕਿਹੜੀ ਨਿਯੁਕਤੀ ਕੀਤੀ ਜਾਂਦੀ ਹੁੰਦੀ ਹੈ। ਠੀਕ ਹੈ, ਇਸ ਤੋਂ ਬਾਅਦ ਅੱਗੇ 68 ਦੇ ਵਿੱਚ ਤਾਂ ਵਾਈਸ ਪ੍ਰੈਜ਼ੀਡੈਂਟ ਬਾਰੇ ਆ ਜਾਂਦੇ ਆ। ਪ੍ਰਧਾਨ ਮੰਤਰੀ ਨੂੰ ਕਿਉਂ ਨਿਯੁਕਤ ਕਰਦਾ, ਇਹ ਪਟੀਸ਼ਨ ਦੁਬਾਰਾ ਰਿਪੀਟ ਹੋ ਚੁੱਕਿਆ। ਪ੍ਰਧਾਨ ਮੰਤਰੀ ਨਿਯੁਕਤ ਦਾ ਮਤਲਬ ਕੌਣ ਅਪੁਆਇੰਟ ਕਰਦਾ ਹੈਗਾ, ਚੁਣਨ ਦੀ ਗੱਲ ਨਹੀਂ ਕੀਤੀ, ਮੈਂ ਅਪੁਆਇੰਟ ਦੀ ਗੱਲ ਕੀਤੀ। ਰਾਸ਼ਟਰਪਤੀ, ਕੈਗ, ਸਪੀਕਰ, ਉਪ ਰਾਸ਼ਟਰਪਤੀ। ਤਾਂ ਇਹਨੂੰ ਕਰਦਾ ਭਾਈ ਰਾਸ਼ਟਰਪਤੀ ਅਪੁਆਇੰਟ ਕਰਦਾ ਪ੍ਰਧਾਨ ਮੰਤਰੀ ਨੂੰ। ਇਹ ਗੱਲ ਹੋਰ ਦੱਸਦਾ ਤੁਹਾਨੂੰ, ਹੈੱਡ ਆਫ ਗਵਰਨਮੈਂਟ, ਹੈੱਡ ਆਫ ਗਵਰਨਮੈਂਟ ਕਿਹਨੂੰ ਕਿਹਾ ਜਾਂਦਾ ਹੈਗਾ, PM ਨੂੰ। ਹੈੱਡ ਆਫ ਗਵਰਨਮੈਂਟ ਕਿਹਨੂੰ ਕਿਹਾ ਜਾਂਦਾ, PM ਨੂੰ। ਅਤੇ ਹੈੱਡ ਆਫ ਸਟੇਟ ਕਿਸ ਨੂੰ ਕਿਹਾ ਜਾਂਦਾ ਹੈਗਾ, CM ਨੂੰ। ਇਹ ਗੱਲਾਂ ਦਿਮਾਗ 'ਚ ਬਿਠਾ ਲਓ, ਪ੍ਰਸ਼ਨ ਇੱਥੋਂ ਵੀ ਪੁੱਛ ਸਕਦੇ ਆ ਕਿ ਹੈੱਡ ਆਫ ਗਵਰਨਮੈਂਟ ਕਿਹਨੂੰ ਕਿਹਾ ਜਾਂਦਾ ਅਤੇ ਹੈੱਡ ਆਫ ਸਟੇਟ ਕਿਸ ਨੂੰ ਕਿਹਾ ਜਾਂਦਾ। ਪੀਪਲ ਹਾਊਸ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈਗਾ, ਇਹ ਤਾਂ ਹਰੇਕ ਨੂੰ ਪਤਾ। ਪੀਪਲ ਹਾਊਸ ਦੇ ਨਾਮ ਨਾਲ ਕਿਹਨੂੰ ਜਾਣਦੇ, ਇਹਨੂੰ ਲੋਅਰ ਹਾਊਸ ਵੀ ਕਹਿ ਦਿੰਦੇ ਆ, ਇਹਨੂੰ ਨੋਨ ਪਰਮਾਨੈਂਟ ਹਾਊਸ ਵੀ ਕਹਿ ਦਿੰਦੇ ਆ। ਠੀਕ ਹੈ, ਅਤੇ ਭਾਈ ਇਹ ਜਾਣਿਆ ਜਾਂਦਾ ਹੈਗਾ, ਰਾਜ ਸਭਾ ਜਾਣੀ ਜਾਂਦੀ ਹੈ, ਲੋਕ ਸਭਾ ਕਿ ਸੰਸਦ, ਸੁਪਰੀਮ ਕੋਰਟ। ਇਹਦੇ ਰਾਜ ਸਭਾ ਪੁੱਤਰੋ ਇਹਦਾ ਜਾਣਿਆ ਜਾਂਦਾ ਪਰਮਾਨੈਂਟ ਹਾਊਸ ਦੇ ਨਾਲ।
ਸੰਸਦ ਦੀ ਪਾਰਟੀ ਹੈ, ਸੁਪਰੀਮ ਕੋਰਟ ਦਾ ਕੋਈ ਲੱਲਾ ਖੱਕੀ ਨਹੀਂ ਨਾਲ। ਤਾਂ ਲੋਕ ਸਭਾ ਦਾ ਆਨਸਰ ਆ ਜਾਊਗਾ। ਲੋਕ ਸਭਾ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਆਰਟੀਕਲ 81 ਦੇ ਵਿੱਚ ਲੋਕ ਸਭਾ ਆਉਂਦੀ ਹੈ। ਓਕੇ, ਸੰਸਦ ਕਿਸ ਆਰਟੀਕਲ ਦੇ ਵਿੱਚ ਆਉਂਦੀ ਹੈ? ਦੇਖੋ ਐਲੀਮੈਂਟ ਕਰਨਾ ਸਿੱਖੋ। 81 ਦੇ ਵਿੱਚ ਲੋਕ ਸਭਾ ਆਉਂਦੀ ਹੈ, 80 ਦੇ ਵਿੱਚ ਰਾਜ ਸਭਾ ਆਉਂਦੀ ਹੈ, 19 ਦੇ ਵਿੱਚ ਕੀ ਆਉਂਦਾ ਗਾ? ਰਾਈਟ ਟੂ ਫਰੀਡਮ। 79 ਰਹਿ ਗਿਆ। 79 ਆਪਾਂ ਨੂੰ ਪਤਾ ਹੀ ਸੰਸਦ ਨਾਲ ਸੰਬੰਧਿਤ ਹੈਗਾ। ਰਾਜ ਸਭਾ ਦੇ ਵਿੱਚ ਕਿੰਨੇ? ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰਾਂ ਨੂੰ ਨੋਮੀਨੇਟ ਕਰ ਸਕਦਾ ਹੈ? ਨੋਮੀਨੇਟ ਦਾ ਮਤਲਬ ਕਿੰਨੇ ਨੂੰ ਆਪਣੀ ਮਰਜ਼ੀ ਨਾਲ ਰੱਖ ਸਕਦਾ। ਤਾਂ ਰਾਜ ਸਭਾ ਨੇ ਟੋਟਲ ਕਿੰਨੀਆਂ ਸੀਟਾਂ ਹੁੰਦੀਆਂ? 250। ਇਹਦੇ ਵਿੱਚ 238 ਤਾਂ ਯੂਟੀ ਪਲੱਸ ਸਟੇਟਾਂ ਦੇ ਵਿੱਚੋਂ ਚੁਣ ਕੇ ਆਉਂਦੇ ਆ। ਯੂਟੀ ਪਲੱਸ ਸਟੇਟਾਂ ਦੇ ਵਿੱਚ ਆਉਂਦੇ ਆ। ਯੂਟੀ ਦੇ ਵਿੱਚ ਸਿਰਫ 2 ਹੀ ਚੁਣ ਕੇ ਆਉਂਦੇ ਆ, 2 ਯੂਟੀਆਂ ਦੇ ਵਿੱਚ ਚੁਣ ਕੇ ਆਉਂਦੇ ਆ। ਇੱਕ ਤਾਂ ਪਾਂਡੂਚੇਰੀ ਦੇ ਵਿੱਚੋਂ ਪਲੱਸ ਦਿੱਲੀ ਦੇ ਵਿੱਚੋਂ, ਹੋਰ ਕਿਸੇ ਯੂਟੀ ਦੇ ਵਿੱਚੋਂ ਨਹੀਂ ਚੁਣ ਕੇ ਆਉਂਦੇ। ਬਾਕੀ ਸਟੇਟਾਂ ਦੁਆਰਾ 238 ਦਾ ਸਟੇਟਾਂ ਦੇ ਯੂਟੀ ਦੁਆਰਾ ਚੁਣੇ। ਜਿਹੜੇ 12 ਬਚ ਗਏ ਇਹ ਚੁਣੇ ਜਾਂਦੇ ਆ ਰਾਸ਼ਟਰਪਤੀ ਦੁਆਰਾ। ਅਤੇ ਇਹ ਜਿਹੜੇ 12 ਹੁੰਦੇ ਆ ਇਹ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਪਰਫੈਕਟ ਹੋਣੇ ਚਾਹੀਦੇ। ਮੰਨ ਲਓ ਕਲਾ ਹੋ ਗਈ, ਕਲਾ ਦਾ ਖੇਤਰ ਹੋ ਗਿਆ, ਸੋਸ਼ਲ ਹੋ ਗਿਆ ਕੋਈ ਕੰਮ, ਠੀਕ ਹੈ, ਤਾਂ ਸਾਇੰਸ ਦੇ ਖੇਤਰ ਦੇ ਵਿੱਚ ਜਾਂ ਲਿਟਰੇਚਰ ਦੇ ਖੇਤਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਉਹ ਨਿਪੁੰਨ ਹੋਣੇ ਚਾਹੀਦੇ। ਅਤੇ ਇਕਨੋਮਿਕਸ ਦੇ ਵਿੱਚ, ਠੀਕ ਹੈ। ਤਾਂ ਕਿੰਨੇ ਨੋਮੀਨੇਟ ਕਰਦਾ ਭਾਈ ਇਹ ਕਰਦਾ 12 ਨੋਮੀਨੇਟ। ਅਤੇ ਰਾਸ਼ਟਰਪਤੀ ਲੋਕ ਸਭਾ ਦੇ ਵਿੱਚੋਂ ਕਿੰਨੇ ਨੋਮੀਨੇਟ ਕਰਦਾ? ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹੁੰਦੀਆਂ? ਟੋਟਲ 552। ਇਹਦੇ ਵਿੱਚ 550 ਦਾ ਯੂਟੀ ਦੁਆਰਾ ਅਤੇ ਪਲੱਸ ਸਟੇਟਾਂ ਦੁਆਰਾ ਚੁਣ ਕੇ ਆਉਂਦੇ। ਜਿਹੜੇ 2 ਹੁੰਦੇ ਆ ਇਹ ਕਿਹਦੇ ਦੁਆਰਾ ਚੁਣੇ ਜਾਂਦੇ ਆ? ਇਹ ਚੁਣੇ ਜਾਂਦੇ ਆ ਰਾਸ਼ਟਰਪਤੀ ਦੁਆਰਾ। ਲੋਕ ਸਭਾ ਦੇ ਵਿੱਚ 2 ਹੀ ਚੁਣਦਾ ਅਤੇ ਰਾਜ ਸਭਾ ਦੇ ਵਿੱਚੋਂ 12 ਚੁਣ ਲੈਂਦਾ। ਪੰਚਾਇਤੀ ਰਾਜ ਸਿਸਟਮ ਕਦੋਂ ਬਣਿਆ ਸੀ? ਪ੍ਰਸ਼ਨ ਆ ਗਿਆ ਦੁਬਾਰੇ। ਪੰਚਾਇਤੀ ਰਾਜ ਸਿਸਟਮ 1959 ਦੇ ਵਿੱਚ ਬਣਿਆ ਸੀ, ਰਾਜਸਥਾਨ ਦੇ ਵਿੱਚ ਬਣਿਆ ਸੀ। ਅਤੇ ਕਿਹੜੀ ਕਮੇਟੀ ਨੇ ਬਣਾਇਆ ਸੀ? ਇਹ ਬਲਵੰਤ ਰਾਏ ਕਮੇਟੀ ਨੇ। ਨਾਲ ਦੀਆਂ ਥੋੜ੍ਹੀ ਰਿਵੀਜ਼ਨ ਵੀ ਹੋਈ ਜਾਂਦੀ ਹੈ ਪੂਰੀ ਵਧੀਆ। ਰਾਜ ਸਭਾ ਕਿਸ ਆਰਟੀਕਲ ਦੇ ਵਿੱਚ ਆਉਂਦੀ ਹੈ? ਉਹ ਤਾਂ ਦਿਮਾਗ 'ਚ ਬਹਿ ਗਈ ਹੋ ਪੁੱਤਰੋ। 80 ਦੇ ਵਿੱਚ ਰਾਜ ਸਭਾ, 81 ਦੇ ਵਿੱਚ ਲੋਕ ਸਭਾ, 79 ਦੇ ਵਿੱਚ ਕੀ ਆਉਂਦਾ? 79 ਦੇ ਵਿੱਚ ਆਉਂਦੀ ਹੈ ਸੰਸਦ। 76 ਦੇ ਵਿੱਚ ਆਉਂਦਾ ਹੁੰਦਾ ਹੈ ਅਟੋਰਨੀ ਜਨਰਲ ਆਫ ਇੰਡੀਆ। ਅਟੋਰਨੀ ਜਨਰਲ ਆਫ ਇੰਡੀਆ। ਜਿਹੜਾ ਇਹ ਅਟੋਰਨੀ ਜਨਰਲ ਆਫ ਇੰਡੀਆ ਹੁੰਦੇ ਆ ਬੱਚੋ, ਇਹਨੂੰ ਫਸਟ ਲਾ ਆਫਿਸਰ ਕਹਿੰਦੇ ਆ। ਗੱਲ ਯਾਦ ਰੱਖ ਲਓ, ਫਸਟ ਲਾ ਆਫਿਸਰ ਕਿਹਨੂੰ ਕਿਹਾ ਜਾਂਦਾ ਗਾ? ਅਟੋਰਨੀ ਜਨਰਲ ਆਫ ਇੰਡੀਆ ਨੂੰ ਫਸਟ ਲਾ ਆਫਿਸਰ ਕਿਹਾ ਜਾਂਦਾ। ਦਿਮਾਗ 'ਚ ਬਿਠਾ ਲਓ ਗੱਲਾਂ, ਇੰਨਾ ਇੰਪੋਰਟੈਂਟ ਤੁਹਾਨੂੰ ਕਿਸੇ ਨੇ ਨਹੀਂ ਕਰਵਾਉਣਾ, ਤਾਂ ਕਰਕੇ ਮੈਨੂੰ ਆਇਆ ਕਿ ਤੁਹਾਡਾ ਪੇਪਰ ਕਲੀਅਰ ਹੋ ਜੇ, ਠੀਕ ਹੈ। ਅਤੇ ਜਿਹੜਾ ਇਹਦਾ ਮੂਹਰੇ ਰੱਖਿਆ ਬੰਦਾ ਅਸਿਸਟੈਂਟ, ਉਹਨੂੰ ਕਹਿੰਦੇ ਹੁੰਦੇ ਆਪਾਂ ਸੋਲੀਸਿਟਰ ਆਫ ਇੰਡੀਆ। ਉਹ ਕੀ ਹੁੰਦਾ? ਉਹ ਹੁੰਦਾ ਸੈਕੰਡ ਲਾ ਆਫਿਸਰ। ਪੇਪਰ ਦੇ ਵਿੱਚ PSPCL ਦੇ ਵਿੱਚ ਪਿਛਲੀ ਵਾਰ ਪੁੱਛਿਆ ਗਿਆ ਕਿ ਸੈਕੰਡ ਲਾ ਆਫਿਸਰ ਕਿਹਨੂੰ ਕਿਹਾ ਜਾਂਦਾ ਹੈ? ਫਸਟ ਲਾ ਆਫਿਸਰ ਕਿਹਨੂੰ ਕਿਹਾ ਜਾਂਦਾ ਹੈਗਾ? ਅਟੋਰਨੀ ਜਨਰਲ ਆਫ ਇੰਡੀਆ ਨੂੰ। ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਇਹ 76 ਆਰਟੀਕਲ ਦੇ ਵਿੱਚ ਆਉਂਦਾ ਹੈ। ਇਹਨੂੰ ਫਸਟ ਲਾ ਆਫਿਸਰ ਕਹਿੰਦੇ ਆ। ਅਤੇ ਇਹਦਾ ਇੱਕ ਚੇਲਾ ਰੱਖਿਆ ਵਾ ਹੁੰਦਾ ਮੂਹਰੇ ਅਸਿਸਟੈਂਟ, ਉਹਨੂੰ ਕਹਿੰਦੇ ਆ ਸੋਲੀਸਿਟਰ ਆਫ ਇੰਡੀਆ। ਇਹ ਕੌਣ ਹੁੰਦਾ? ਇਹ ਸੈਕੰਡ ਲਾ ਆਫਿਸਰ ਹੁੰਦਾ। ਓਕੇ, ਚਲੋ ਅੱਗੇ। ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈਗਾ? ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ? ਗਵਰਨਰ ਕਰ ਸਕਦਾ, ਰਾਸ਼ਟਰਪਤੀ ਕਰ ਸਕਦਾ, ਪ੍ਰਧਾਨ ਮੰਤਰੀ ਕਰ ਸਕਦਾ, ਸਪੀਕਰ ਕਰ ਸਕਦਾ। ਤਾਂ ਲੋਕ ਸਭਾ ਨੂੰ ਭੰਗ ਕਰਨ ਦੀ ਸ਼ਕਤੀ ਇਹਦੇ ਕੋਲ ਤਾਂ ਹੈ ਨਹੀਂ, ਕਿਉਂਕਿ ਗਵਰਨਰ ਦਾ ਸਟੇਟਾਂ ਦਾ ਹੁੰਦਾ ਹੈਗਾ। ਪ੍ਰਧਾਨ ਮੰਤਰੀ ਵੀ ਨਹੀਂ ਕਰ ਸਕਦਾ, ਸਪੀਕਰ ਵੀ ਨਹੀਂ ਕਰ ਸਕਦਾ। ਇਹਦੀ ਅਥਾਰਟੀ ਸਿਰਫ ਅਤੇ ਸਿਰਫ ਕਿਹਦੇ ਕੋਲ ਹੈ? ਰਾਸ਼ਟਰਪਤੀ ਭੰਗ ਕਰ ਸਕਦਾ। ਇੱਕ ਹੋਰ, ਜੁਆਇੰਟ ਸੀਟਿੰਗ ਕੌਣ ਮਿਲਾ ਸਕਦਾ? ਜੁਆਇੰਟ ਸੀਟਿੰਗ ਬੁਲਾਉਣ ਦੀ ਪਾਵਰ ਕਿਹਦੇ ਕੋਲੇ ਹੁੰਦੀ ਹੈ? ਇਹ ਵੀ ਰਾਸ਼ਟਰਪਤੀ ਕੋਲੇ ਹੁੰਦੀ ਹੈ, ਜੁਆਇੰਟ ਸੀਟਿੰਗ ਬਣਾਉਣ ਦੀ। ਹੁਣ ਇਹ ਸਮਝੋ ਕਿ ਜੁਆਇੰਟ ਸੀਟਿੰਗ ਹੁੰਦੀ ਕੀ ਹੈ? ਜਦੋਂ ਲੋਕ ਸਭਾ ਅਤੇ ਰਾਜ ਸਭਾ ਦੋਨਾਂ ਦਾ ਸੈਸ਼ਨ ਇਕੱਠਾ ਬੁਲਾਇਆ ਜਾਂਦਾ ਹੈਗਾ, ਤਾਂ ਉਹਨਾਂ ਸਾਨੂੰ ਦੋਨੋਂ ਇਕੱਠੇ ਬੁਲਾਉਣ ਦੀ ਤਾਕਤ ਇਹਦੇ ਕੋਲ ਹੈ, ਰਾਸ਼ਟਰਪਤੀ ਕੋਲ ਹੈ ਉਹਨਾਂ ਨੂੰ ਇਕੱਠਾ ਬੁਲਾਉਣ ਦੀ ਤਾਕਤ, ਠੀਕ ਹੈ। ਪਰ ਉਹਨਾਂ ਨੂੰ ਹੋਸਟ ਕੌਣ ਕਰੂਗਾ? ਹੋਸਟ ਉਹਨੂੰ ਸਪੀਕਰ ਹੀ ਕਰੂਗਾ, ਸਿਰਫ ਇਹ ਬੁਲਾਊਗਾ ਰਾਸ਼ਟਰਪਤੀ ਉਹਨਾਂ ਨੂੰ, ਠੀਕ ਹੈ। ਅਤੇ ਭੰਗ ਵੀ ਰਾਸ਼ਟਰਪਤੀ ਕਰ ਸਕਦਾ ਲੋਕ ਸਭਾ ਨੂੰ। ਲੋਕ ਸਭਾ ਦੇ ਵਿੱਚ ਮੈਂਬਰਾਂ ਦੀ ਵੱਧ ਤੋਂ ਵੱਧ ਕਿੰਨੀ ਸੰਖਿਆ ਹੋ ਸਕਦੀ ਹੈ? ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਿਆ, ਵੱਧ ਤੋਂ ਵੱਧ 552 ਹੋ ਸਕਦੀ ਹੈ, ਠੀਕ ਹੈ। ਵੱਧ ਤੋਂ ਵੱਧ 552 ਹੋ ਸਕਦੀ। 550 ਤਾਂ ਯੂਟੀ ਅਤੇ ਸਟੇਟਾਂ ਦੁਆਰਾ ਚੁਣ ਕੇ ਆਉਂਦੇ। ਜਿਹੜੇ 2 ਹੈ ਇਹਨੂੰ ਰਾਸ਼ਟਰਪਤੀ ਦੀ ਮਰਜ਼ੀ ਨਾਲ ਚੁਣਦਾ ਹੈਗਾ। ਅਤੇ ਸਭ ਤੋਂ ਵੱਧ ਸੀਟਾਂ ਕਿੱਥੇ ਇਹਦੀਆਂ? ਲੋਕ ਸਭਾ ਦੀਆਂ ਯੂਪੀ ਦੇ ਵਿੱਚ, ਅਤੇ ਰਾਜ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਕਿੱਥੇ ਹੈ? ਯੂਪੀ ਦੇ ਵਿੱਚ। ਆਪਰੇਸ਼ਨ ਆ ਗਿਆ ਅੱਗੇ। ਸਭ ਤੋਂ ਵੱਧ ਲੋਕ ਸਭਾ ਦੇ ਮੈਂਬਰ ਕਿਸ ਸਟੇਟ ਤੋਂ ਬਣਦੇ ਹਨ? ਇਹ ਜਿਹੜੇ ਲੋਕ ਸਭਾ ਦੇ ਮੈਂਬਰ ਕੱਢੇ ਜਾਂਦੇ ਆ, ਮਤਲਬ ਮੈਂਬਰ ਆਫ ਪਾਰਲੀਮੈਂਟ ਜਿਹੜੇ ਚੁਣੇ ਜਾਂਦੇ ਆ, ਇਹ ਕਿਹੜੇ ਹਿਸਾਬ ਦੇ ਕੱਢੇ ਜਾਂਦੇ ਆ ਕਿ ਭਾਈ ਇੰਨੇ ਲੋਕ ਇੱਥੇ ਰਹਿੰਦੇ ਆ, ਇੰਨੀਆਂ ਸੀਟਾਂ ਇੱਥੇ ਕੱਢੀਆਂ ਜਾਣਗੀਆਂ, ਇੰਨੀਆਂ ਸੀਟਾਂ ਇੱਥੇ ਕੱਢੀਆਂ। ਇਹ ਕੱਢੀਆਂ ਜਾਂਦੀਆਂ ਪਾਪੂਲੇਸ਼ਨ ਦੇ ਹਿਸਾਬ 'ਤੇ। ਪਾਪੂਲੇਸ਼ਨ ਨੂੰ ਜਿਹੜੇ ਸਾਡੇ ਵੰਡ ਕਰਕੇ
उस हिसाब से सीटां कड्ढियां जांदियां कि इन्ने जनता दे विच इन्ने लोकां दी गिनती दे विच एक MLA ਜਾਂ एक MP होना चाहिए। ठीक है, तो सब तो वध किहदा एरिया वड्डा यूपी का, तो यूपी के ही सब तो ज़्यादा लोक सभा के मैंबर होणगे। ये नंबर ऑप्शन बिल्कुल सही है। यूपी उत्तर प्रदेश कह देंगे हैं। इन्हां विचों किस सांसद के किस साधन को परमानेंट साधन कहा जाता है? ये हुणी दस के गया पहला मैं। परमानेंट होंदा एक होंदा नॉन परमानेंट। नॉन परमानेंट तो वो होंदा गा जिन्होंने भंग नहीं किया जा सकता। परमानेंट तो वो होंदा, देखो पहले दसो परमानेंट साधन किहड़ा? परमानेंट तो वो होंदा जिन्होंने भंग नहीं किया जा सकता। नॉन परमानेंट वो होंदा गा जिन्होंने भंग किया जा सकता। तो राज सभा की हो गया? ये परमानेंट हो गया। ठीक है, क्योंकि इन्हूं भंग नहीं किया जा सकता, लोक सभा भंग किया जा सकता, इन्हां नाल तो कोई संबंध ही नहीं है। ठीक है, क्योंकि संसद की गल की ने, संसद के पार्ट तो है नहीं दोनों। आह राष्ट्रपति का हैगा पर राष्ट्रपति हाउस नहीं है मतलब पार्ट। दोबारा फिर समझ लो, परमानेंट साधन वो होंदा जिन्होंने भंग नहीं किया जा सकता। किहनूं नहीं भंग किया जा सकता? राज सभा नूं। जिन्हों नॉन परमानेंट किहड़ा हुंदा? लोक सभा, जिन्होंने भंग किया जा सकता। तो राज सभा का जिहड़ा कार्यकाल भाई वो कितना हुंदा गा? वो हुंदा 6 साल का। ठीक है, हर 2 साल बाद ये 1/3 मैंबर बदले जाते हैं। ये गल याद रख लियो, दिमाग 'ਚ बिठा लो। पूछ सकते हैं कि 2 साल बाद कितने तिहाई मैंबर बदले जा सकते? 1 तिहाई मैंबर बदले जा सकते हैं। ठीक है, सब तो वध राज सभा दी सीटां किस स्टेट में हैं? ये तो तुहानूं पता ही होगी। जी स्टेट सब तो वड्डी होगी वो सब तो वध की होणगियां? राज सभा दी सीटां होणगियां। ये तो तुहानूं पता ही है, तुहानूं बच्चों दस्सण दी लोड़ ही नहीं हैगी। कित्थे होणगियां सब तो वध? उत्तर प्रदेश, राजस्थान, झांसी राजस्थान कि गोवा दे विच? ये तो बच्चे नूं भी पता होऊगा। ए नंबर ऑप्शन है बिल्कुल सही आंसर है। लोक सभा का स्पीकर किस द्वारा चुनिया जाता है? यह प्रश्न बहुत 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 बारी आया गया है। लोक सभा का स्पीकर किस द्वारा चुनिया जाता है? कौन चुनता लोक सभा के स्पीकर को? जिहड़ा लोक सभा का स्पीकर है कहते चुनिया जाता है मैंबर ऑफ राज सभा द्वारा, मैंबर ऑफ लोक सभा द्वारा, राष्ट्रपति द्वारा या प्रधानमंत्री द्वारा। देखो जिहड़ा यह चुनिया जाता भाई स्पीकर लोक सभा का, इन्हूं कौन चुनता है? इत्थों वाले लोगों को उलझन पै जाती है। इत्थे की करते हैं? अद्धे राष्ट्रपति ला के आउणगे निशानी। ठीक है, अद्धे राष्ट्रपति ला के आउणगे, अद्धे महापुरुष जी होर कुछ ला के आउणगे। ठीक है, पर जिहड़ा लोक सभा का स्पीकर है इनू लोक सभा के मैंबर ही आपदे विचों चुनते हैं। ठीक है, लोक सभा के मैंबर जिहड़े हुंदे वो आपदे विच चुन लैंदे आ। वो की करदे जो आपदे विच चुन लैंदे आ वो, ते कि असीं भाई ये बंदे स्पीकर बनाउणा गा। तो जिहड़ा स्पीकर होंदा बच्चों उन्होंने आपदे पद तो अस्तीफा देना पैंदा, वो आपदे पद तो अस्तीफा दे के स्पीकर ते वग जांदा। हुण ये समझ लो कि लोक सभा दा स्पीकर किहड़े आर्टिकल दे विच आउंदा स्पीकर दा पद? ते जिहड़ा स्पीकर दा पद आ भाई ये हुंदा आर्टिकल 93 दे विच। आर्टिकल 93 दे विच लिखिआ होया कि लोक सभा दा एक स्पीकर होऊगा। तो लोक सभा के मैंबर ही आपदे विचों चुनदे हन लोक सभा के स्पीकर नूं। लोक सभा का स्पीकर किसनूं अस्तीफा दिंदा गा? ये प्रश्न बहुत ज़्यादा इंपोर्टेंट है, बहुत बहुत ज़्यादा इंपोर्टेंट है। जिहड़ा स्पीकर है लोक सभा का ये किहनूं आपदा अस्तीफा दिंदा? ये दिंदा डिप्टी स्पीकर नूं आपदा अस्तीफा। स्पीकर डिप्टी स्पीकर नूं आपदा अस्तीफा देऊगा। डिप्टी स्पीकर किहनूं अस्तीफा देऊगा? स्पीकर नूं। ये आपस दे विच घीचू मिचू करी जाणगे। ठीक है, वो उहनूं अस्तीफा दे दू, ये उहनूं अस्तीफा दे दू। उही सेम टू सेम काम हैगा गा राष्ट्रपति का। राष्ट्रपति जिहड़ा प्रेजिडेंट हुंदा गा वो आपदा अस्तीफा किहनूं देऊगा? वाइस प्रेजिडेंट नूं। ते वाइस प्रेजिडेंट आपदा अस्तीफा किहनूं देऊगा? प्रेजिडेंट नूं। ठीक है, ये भी आपस दे विच देणगे। ओके, जिहड़े CGI हुंदे चीफ जस्टिस ऑफ इंडिया आपदा अस्तीफा प्रेजिडेंट नूं दिंदे हुंदे आ। ओके, पंजाब दे विच लोक सभा दी किन्नियां सीटां हैगियां? 7 8 9 6। पंजाब दे विच लोक सभा दीयां 7 सीटां भाई याद रखणियां। ठीक है जी, लोक सभा दीयां नहीं, सॉरी लोक सभा दीयां तां अपने हैगियां, इत्थे राज सभा लिखना सी। पंजाब दे विच राज सभा दीयां 7 सीटां हैगियां ते लोक सभा दीयां अपने किन्नियां सीटां हैगियां? 13। ते विधान सभा दीयां किन्नियां सीटां अपने? 117। तो विधान परिषद अपने है नहीं। विधान प्रतिशत है जी ये तो सारे इंडिया के 6-7 स्टेटा के विधान प्रतिशत का। ठीक है, नीति आयोग का चेयरमैन कौन होंदा गा? जिहड़ा नीति आयोग है भाई ਇਹਦਾ चेयरमैन कौन होंदा गा? दसो जी। जिहड़ी पता नीति आयोग होंदी है ਇਹਦਾ ਜਿਹੜਾ भी चेयरमैन होगा वो मौजूदा समय का की होगा? प्रधानमंत्री होगा। ठीक है, मौजूदा समय का की होगा?
प्रधान मंत्री होगा ਜਿਹੜਾ भी की होगा पुत्रो, ਜਿਹੜਾ भी नीति आयोग ਦਾ चेयरमैन होगा वो मौजूदा समय का प्रधान मंत्री होगा। ये गल याद रखनी है। तो नीति की फुल फार्म की है? नीति की आयोग तो आपको पता ही, नीति की फुल फार्म की होंगी है? नैशनल इंस्टीट्यूट फॉर ट्रांसफॉर्मिंग इंडिया। ओके पुत्रों, चलो हम चलते हैं भांगड़े ऑपरेशन पर। लोक सभा का मैंबर बनने वास्ते उम्र घट्टो घट्ट कितनी होनी चाहिए है? 21 साल, 35 साल, 30 साल कि 19 साल? देखो बच्चों, लोक सभा का मैंबर बनने वास्ते उम्र कितनी होनी चाहिए? लोक सभा का मैंबर बनने वास्ते जी उम्र है भाई, उन्हें लिखी नहीं यार, लोक सभा लिखनी भुल गया। लोक सभा के मैंबर बनने वास्ते तो उम्र अपने को होनी चाहिए हैगी 25 साल होनी चाहिए है। लोक सभा का मैंबर बनते 30 साल उम्र होनी चाहिए है। ठीक है, लोक सभा का मैंबर बनने वास्ते 30 साल उम्र होनी चाहिए है। तो 21 साल काहदे वास्ते होंदी है? 21 साल उम्र होंदी है सरपंच बनने वास्ते। जो सरपंच बनना फिर उम्र होगी 21 साल। ओके, जे राष्ट्रपति बनना या उप राष्ट्रपति बनना फिर उम्र कितनी होनी चाहिए है? 35 साल। ठीक है, तो जो MLA बनना फिर 25 साल। विधान सभा का मैंबर बनने वास्ते 25 साल। इन्हां विचों किहड़ा व्यक्ति जो वोटां का मामला पूरा फस जाए तो उस समय वोट करेगा? मान लो कोई बंदा चुनना गा या किसी को हटाना, इम्पीचमेंट करनी है, तो दोनों पार्टियों के जो टाई की कंडीशन बन गई, टाई हो गया मैच, इधरों भी मैच अड़ गया, इधरों भी मैच अड़ गया। एक पक्ष तो कहना इन्हूं हटाउणा, एक पक्ष कहना हटाउणा नहीं, एक पक्ष कहना आह बंदे नूं चुनना, एक कहना चुनना नहीं देना। तो जो मतलब 50 वोटां इधर पै जाण, 50 वोटां इधर पै जाण, उदों जी एंड ते वोट वरती जाती होंदी है। वो वोट किहदी वरती जाती है? कहते स्पीकर की, राष्ट्रपति की, उप राष्ट्रपति, डिप्टी स्पीकर की। तो उस समय जी वोट वरती जाती है, वो वरती जाती है स्पीकर की वोट। ये गल याद रखना, जो मैच पूरा फस जाए मामला वोटां दे विच, कोई चुनने का मामला होवे संसद दे विच। हुण अगे जी, दिल्ली सरकार इन्हां विचों किस उत्ते कानून नहीं बना सकती? दिल्ली सरकार इन्हां विचों किस ते कानून नहीं बना सकती? जमीन ते, पुलिस ते, पब्लिक ते कि कोई नहीं? देखो ये पिछले में थोड़ी थले मिसटेक करी हुई है। जी दिल्ली सरकार है बच्चों, वो ना तक उत्थे जमीन ते की कर सकती है, जमीन ते कानून बना सकती है, ना उत्थों की पुलिस के कोई कानून बना सकती है, क्योंकि दोनों चीज़ों की जी अथॉरिटी है ये किहदे कोले? अपने सेंटर की सरकार कोले। कहने का मतलब कि मोदी साहब कोले इन्हां दी जिम्मेदारी है। पुलिस भी मोदी जी के अंडर है, कहने का मतलब कि उत्थे चपरासी भी दिल्ली गौरमेंट के अंडर नहीं हैगा। जी पब्लिक है, पब्लिक को कोई सुविधा देनी है, ठीक है, पब्लिक को कोई फायदा देना गा, वो सारियां मतलब क्वालिटियां जिहड़ियां वो सरकार कोले हैगियां, पर जमीन ते पुलिस दे अंडर नहीं हैगी। जिवें हुण परलस कंपनी का मामला उठिया सी, परलस कंपनी की जिहड़ी जां विजय मालिया, जिहड़ा विजय मालिया अरबां रुपया लैके भज गया। ठीक है, पर जिहड़ी उहदी जायदाद वो दिल्ली दे विच पई है, जिहड़ी उहदी जायदाद दिल्ली दे विच पई है, इन्नी ज़्यादा जायदाद है कि जे वो जायदाद बेच के ਜਿਹੜੇ ਲੋਕਾਂ ਨੇ ਪੈਸੇ ਲੈ ਕੇ ਭੇਜੇ ਗਏ ਉਹਨਾਂ ਦੇ ਸਾਰਿਆਂ ਦੇ ਕਰਜ਼ੇ ਉਹਨਾਂ ਸਾਰਿਆਂ ਨੂੰ ਪੈਸੇ ਵਾਪਸ ਕੀਤੇ ਜਾ ਸਕਦੇ ਆ। ਪਰ ਜਦੋਂ ਕੇਜਰੀਵਾਲ ਨੇ ਗੱਲ ਉਠਾਈ, ਉਹਨੇ ਕਿਹਾ ਕਹਿੰਦਾ ਜਿਹੜੀ ਜਾਇਦਾਦ ਆ ਕਿ ਉਹ ਵੇਚ ਦਿਓ ਤੁਸੀਂ, ਕਿ ਜਾਂ ਉਹਦੀ ਅਥਾਰਟੀ ਸਾਨੂੰ ਦਿਓ ਕਿ ਅਸੀਂ ਉਹਦੀ ਜ਼ਮੀਨ ਵੇਚ ਕੇ ਲੋਕਾਂ ਨੇ ਪੈਸੇ ਮੁੜਾ ਦਈਏ। ਪਰ ਮੋਦੀ ਸਾਹਿਬ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਕਿਉਂਕਿ ਉਹ ਕਹਿੰਦੇ ਇਹ ਜਿਹੜੀ ਜ਼ਮੀਨ ਦਾ ਲੈਣ ਦਾ ਏਰੀਆ ਸਾਡੇ ਅੰਡਰ ਹੈ, ਤਾਂ ਪੁਲਿਸ ਵੀ ਸਾਡੇ ਅੰਡਰ ਹੈ ਕਿ ਤੂੰ ਇਹਦੇ ਵਿੱਚ ਕੁਛ ਨਹੀਂ ਕਰ ਸਕਦਾ। ਠੀਕ ਹੈ ਨਾ, ਤਾਂ ਦਿੱਲੀ ਸਰਕਾਰ ਦੇ ਅੰਡਰ ਨਾ ਤਾਂ ਜ਼ਮੀਨ ਆਉਂਦੀ ਹੈ ਨਾ ਪੁਲਿਸ ਆਉਂਦੀ, ਸਿਰਫ ਇਕੱਲੀਆਂ ਸੁਵਿਧਾ ਦੇ ਸਕਦੇ ਲੋਕਾਂ ਨੂੰ। इन्हां विचों कौन ये सौं चुकाउंदा है कि संविधान नूं भी सुरक्षित रखांगे अते उस दे रूलां नूं भी रखांगे? कौन सौं चुकाउंदा है? राष्ट्रपति, प्रधानमंत्री, गवर्नर के CGA? पहला निशानी ला लो आपदे आप। देखो जीरो गल आ गई रूलां दी, रूलां दी सौं कौन खाऊगा? रूलां नूं लैके कौन अपनी सुरक्षा करदा है? राष्ट्रपति तो करदा नहीं सुरक्षा, प्रधानमंत्री भी करदा, गवर्नर भी करदा, CGA करनगे। CGA कौन हुंदे आ? चीफ जस्टिस ऑफ इंडिया। ये अपने रूलों को लैके भाई अपनी हैल्प करते हैं। ओके, साडा संविधान बनाने में कितना समा लग्या सी? साडा संविधान बनने में कितना समा लग्या सी? अपना संविधान बनने में लग्या सी 2 साल 11 महीने 18 दिन। ठीक है, इस तो बाद अगला भारत में बिल्कुल किन्ने हाई कोर्ट हैं?
ਦੱਸੋ ਜੀ ਭਾਰਤ ਦੇ ਵਿੱਚ ਕੁੱਲ ਕਿੰਨੇ ਹਾਈ ਕੋਰਟ ਨੇ? ਬਹੁਤ ਵਾਰੀ ਕਰਵਾਤੇ ਆਪਰੇਸ਼ਨ, ਤੁਹਾਨੂੰ ਦੁਬਾਰੇ ਰਿਪੀਟ ਹੋਣ ਵਾਲੇ ਆਪਰੇਸ਼ਨ ਹੈ ਇਹ। ਇਹਨਾਂ ਦੇ ਵਿੱਚੋਂ ਪੇਪਰ ਵੀ ਤੁਹਾਨੂੰ ਆਪਰੇਸ਼ਨ ਮਿਲਣਗੇ। ਤਾਂ ਭਾਈ ਟੋਟਲ ਆਪਣੇ ਜਿਹੜੇ ਹਾਈ ਕੋਰਟ ਹੈ ਉਹ ਹੈਗੇ 25, ਪਹਿਲਾਂ 24 ਸੀ, ਹੁਣ ਇੱਕ ਲੇਟੈਸਟ ਬਣ ਗਿਆ। ਲੇਟੈਸਟ ਕਿਹੜਾ ਬਣਿਆ ਗਾ? ਅਮਰਾਵਤੀ। ਓਕੇ, ਤੇ ਇੱਕ ਵੀਡੀਓ ਲਾਈਕ ਕਰ ਦਿਓ ਭਾਈ, ਇੱਕ ਵੀਡੀਓ ਲਾਈਕ ਕਰ ਦਿਓ, ਫਿਰ ਹੀ ਅੱਗੇ ਵਧੋ, ਕਿਉਂਕਿ ਮੈਂ ਹੁਣ ਮੱਥਾ ਮਾਰਦਾ, ਤੁਹਾਡਾ ਵੀ ਫਰਜ਼ ਹੈਗਾ ਕਿ ਵੀਡੀਓ ਨੂੰ ਲਾਈਕ ਕਰਨ ਦਾ। ਓਕੇ, ਲਾਈਕ ਕਰ ਦਿਓ ਵੀਡੀਓ। ਇੰਨੀ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਕਿ ਭਾਈ ਪੇਪਰ ਆਪਣੇ ਸਿਲੇਬਸ ਦੇ ਵਿੱਚੋਂ ਹੀ ਆਊਗਾ। ਕੱਲ੍ਹ ਜਿਹੜੇ ਮੈਂ ਤੁਹਾਨੂੰ ਰੀਜ਼ਨਿੰਗ ਨੇ ਕਰਵਾ ਕੇ ਗਿਆ, ਜੇ ਉਦੋਂ ਬਾਅਦ ਆਪਰੇਸ਼ਨ ਆ ਗਿਆ ਤਾਂ ਮੈਂ ਜ਼ਿੰਮੇਦਾਰ ਬੈਠਾਂਗਾ। ਕੋਈ ਲੈਂਦਾ ਜ਼ਿੰਮੇਦਾਰੀ? ਮੈਂ ਲੈਂਦਾ ਜ਼ਿੰਮੇਦਾਰੀ। ਠੀਕ ਹੈ, ਬਸ ਕੱਲੀਆਂ ਰਕਮਾਂ ਬਦਲੀਆਂ ਦੀਆਂ ਹੋਣਗੀਆਂ, ਪੈਟਰਨ ਜਮਾ ਸੇਮ ਟੂ ਸੇਮ ਆਊਗਾ ਰੀਜ਼ਨਿੰਗ ਦਾ। ਉਸੇ ਤਰ੍ਹਾਂ ਹੀ ਇੱਕ 50 MCQ ਦੀ ਵੀਡੀਓ ਮੈਂ ਹੋਰ ਪਾਊਂਗਾ ਤੁਹਾਨੂੰ 1-2 ਦਿਨਾਂ ਦੇ ਵਿੱਚ। ਉਹਦੇ 'ਚ ਆਪਾਂ ਡਾਇਰੈਕਸ਼ਨ ਕਵਰ ਕਰਾਂਗੇ, ਸਿਟਿੰਗ ਅਰੇਂਜਮੈਂਟ ਅਤੇ ਰੈਂਕਿੰਗ ਅਤੇ ਕਲੌਕ ਕੈਲੰਡਰ, ਉਹ ਸਾਰੀਆਂ ਚੀਜ਼ਾਂ ਆਪਾਂ ਉਹਦੇ 'ਚ ਕਵਰ ਕਰਾਂਗੇ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਪਊਗੀ 50 MCQ ਦੀ। ਜਿਹੜੇ ਬੱਚੇ ਨੇ ਉਹ ਵੀਡੀਓ ਵੀ ਕਰ ਲਈ ਅਤੇ ਉਹ ਵੀ ਉਹਦੇ 'ਚੋਂ ਵੀ 40+ ਨੰਬਰ ਲੈ ਗਿਆ, ਤਾਂ ਇਹ ਸਮਝ ਲਓ ਕਿ ਪੇਪਰ ਦੇ ਵਿੱਚ ਉਹ ਬੰਦੇ ਨੂੰ ਪਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਠੀਕ ਹੈ, ਅਤੇ ਜਿਹੜੇ ਬੱਚੇ ਨੇ ਅੱਜ ਆਹ ਵੀਡੀਓ ਦੇ ਵਿੱਚ 50 ਦੇ ਵਿੱਚੋਂ 40+ ਨੰਬਰ ਲੈ ਲਏ ਤਾਂ ਉਹਦੀ ਸਿਲੈਕਸ਼ਨ ਵੀ ਪੱਕੀ ਹੈ। ਇਮਾਨਦਾਰੀ ਨਾਲ ਕਿਹਾ ਮੈਂ। ਠੀਕ ਹੈ, ਕਿਤੇ ਅੱਜ ਮੈਂ ਤੁਹਾਡੇ ਇੱਕ ਦੀ ਵੀਡੀਓ ਬਣਾ ਕੇ ਤੁਹਾਡੇ ਨਾਮ ਵੀ ਬੋਲੂ ਸਾਰਿਆਂ ਦੇ, ਅਤੇ ਰਿਜ਼ਲਟ ਵੀ ਦੱਸੋ ਕਿਵੇਂ ਰਿਹਾ ਆਪਣਾ। ਇਸ ਤੋਂ ਬਾਅਦ ਅੱਗੇ ਵਾਈਸ ਪ੍ਰੈਜ਼ੀਡੈਂਟ ਬਣਨ ਲਈ ਉਮਰ ਸੀਮਾ ਕਿੰਨੀ ਹੋਣੀ ਚਾਹੀਦੀ ਹੈ? ਤੁਹਾਨੂੰ ਬਹੁਤ ਵਾਰੀ ਕਰਵਾਤਾ ਭਾਈ ਮੈਂ। ਵਾਈਸ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਵਾਈਸ ਪ੍ਰੈਜ਼ੀਡੈਂਟ ਆਉਂਦਾ ਆਰਟੀਕਲ 63 ਦੇ ਵਿੱਚ, ਕਿ ਆਪਣਾ ਇੱਕ ਰਾਸ਼ਟਰਪਤੀ ਉਪ ਰਾਸ਼ਟਰਪਤੀ ਹੋਊਗਾ। ਕਿਹੜੇ ਆਰਟੀਕਲ 'ਚ ਕਿਹਾ ਗਿਆ ਹੈਗਾ? 63 ਦੇ ਵਿੱਚ। ਆਰਟੀਕਲ 69 ਦੇ ਵਿੱਚ ਇਹਦੀ ਸ਼ਬਦ ਬਾਰੇ ਲਿਖਿਆ ਗਿਆ, ਓਥ, ਇਹਨੂੰ ਸਹੁੰ ਚੁਕਾਈ ਜਾਊਗੀ, ਆਰਟੀਕਲ 69 ਦੇ ਵਿੱਚ ਲਿਖਿਆ ਹੋਇਆ। ਤਾਂ ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਬਣਨ ਵਾਸਤੇ ਆਪਣੀ ਉਮਰ ਕਿੰਨੀ ਹੋਣੀ ਚਾਹੀਦੀ ਹੈ? 30, 35, 40 ਕਿ 25? ਅਤੇ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ, ਬਿਲਕੁਲ ਸਹੀ ਹੈ। 35 ਸਾਲ ਉਮਰ ਹੋਣੀ ਚਾਹੀਦੀ ਹੈ ਜੇ ਆਪਾਂ ਰਾਸ਼ਟਰਪਤੀ ਬਣਨਾ ਜਾਂ ਫਿਰ ਵਾਈਸ ਰਾਸ਼ਟਰਪਤੀ ਬਣਨਾ। ਓਕੇ, ਜਦੋਂ ਕੋਈ ਵਿਅਕਤੀ ਜੋ ਪਬਲਿਕ ਆਫਿਸ ਦੇ ਵਿੱਚ ਸਰਕਾਰੀ ਨੌਕਰੀ 'ਤੇ ਬੈਠਾ ਤਾਂ ਜੋ ਅਸਲ ਵਿੱਚ ਉਸ ਜਗ੍ਹਾ ਦਾ ਹੱਕਦਾਰ ਨਹੀਂ ਹੈਗਾ, ਤਾਂ ਉਹ 'ਤੇ ਕਿਹੜੀ ਰਿਟ ਦਾਇਰ ਕੀਤੀ ਜਾਂਦੀ ਹੈ? ਮੰਨ ਲਓ ਆਪਾਂ ਪੁਲਿਸ ਦੀ ਭਰਤੀ ਦੇਤੀ। ਹੁਣ ਜਦੋਂ ਪੁਲਿਸ ਦੀ ਭਰਤੀ ਦੇਤੀ, ਇਹਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਬਈ ਫਲਾਣੇ ਬੰਦੇ ਸਿਫਾਰਸ਼ੀ ਰੱਖੇ ਹੋਏ ਆ, ਕਿ ਭਾਈ ਫਲਾਣਾ 2 ਬੰਦੇ, ਇਹ ਕਿ 10 ਬੰਦੇ ਭਾਈ ਤੁਸੀਂ ਕਹੋਗੇ ਕਿ 10 ਬੰਦੇ ਜਿਹੜੇ ਸਿਫਾਰਸ਼ੀ ਰੱਖੇ ਹੋਏ ਆ, ਕਿ ਇਹਨਾਂ ਦਾ ਨੌਕਰੀ 'ਤੇ ਕੋਈ ਹੱਕ ਨਹੀਂ। ਤੁਸੀਂ ਇਹਨਾਂ ਰਿਕਾਰਡ ਕਢਾ ਕੇ ਦੇਖੋ, ਬਿਲਕੁਲ ਜਾਲੀ ਰੱਖੇ ਹੋਏ ਆ। ਅਸੀਂ ਇੱਕ ਤਰ੍ਹਾਂ ਹੋਇਆ ਸੀ 2016 ਦੇ ਵਿੱਚ, ਤੁਹਾਨੂੰ ਦੱਸ ਦਾਂਗਾ। ਅਕਾਲੀ ਦਲ ਸਰਕਾਰ ਸੀ, ਉਹਨਾਂ ਨੇ ਕੀ ਕਰਿਆ ਸੀ ਨਾ, ਮਤਲਬ 30 ਪਤਾ ਨਹੀਂ 35 ਸਬ ਇੰਸਪੈਕਟਰ ਰੱਖ ਲਏ ਸੀ ਜਾਲੀ। 35 ਸਬ ਇੰਸਪੈਕਟਰ SHO ਦੀ ਭਰਤੀ ਸਿੱਧੀ ਬਿਨਾਂ ਕਿਸੇ ਟੈਸਟ ਤੋਂ, ਬਿਨਾਂ ਕਿਸੇ ਟਰਾਇਲਾਂ ਤੋਂ ਰੱਖ ਲਏ ਸੀ। ਅਤੇ ਜਦੋਂ ਬਾਅਦ ਵਿੱਚ ਇਨਕੁਆਇਰੀ ਹੋਈ ਤਾਂ ਉਹ 35 ਦੇ 35 ਜਿਹੜੇ ਸਬ ਇੰਸਪੈਕਟਰ ਭਰਤੀ ਕੀਤੇ ਸੀ ਉਹ ਜਾਲੀ ਪਾਏ ਗਏ ਸੀ। ਠੀਕ ਹੈ, ਜਾਲੀ ਪਾਉਣ ਕਰਕੇ ਫਿਰ ਇਹ ਮਾਮਲਾ ਕਿੱਥੇ ਗਿਆ? ਹਾਈ ਕੋਰਟ ਦੇ ਵਿੱਚ ਗਿਆ, ਅਤੇ ਹਾਈ ਕੋਰਟ ਨੇ ਉਹਨਾਂ ਨੇ ਰਿਟ ਦਾਇਰ ਕੀਤੀ ਸੀ ਇੱਕ। ਠੀਕ ਹੈ, ਜਦੋਂ ਕੋਈ ਬੰਦਾ ਸਰਕਾਰੀ ਨੌਕਰੀ 'ਤੇ ਹੋਵੇ ਅਤੇ ਅਸਲ ਵਿੱਚ ਉਹ ਨੌਕਰੀ ਦਾ ਹੱਕਦਾਰ ਨਾ ਹੋਵੇ ਜਾਂ ਜਾਲੀ ਹੋਵੇ, ਤਾਂ ਇਨਕੁਆਇਰੀ ਹੋ ਜੇ, ਤਾਂ ਉਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿਹੜੀ ਰਿਟ ਦਾਇਰ ਕਰੂਗੀ? ਤਾਂ ਉਹ ਭਾਈ ਰਿਟ ਦਾਇਰ ਕਰੂਗੇ ਨੇ ਕਿਊ ਬਰਾਂਟੋ, ਮੈਂਡਾਮਸ, ਪ੍ਰੋਬੇਸ਼ਨ ਜਾਂ ਆਲ ਆਫ ਅਬਵ। ਦੇਖੋ, ਜੇਕਰ ਕੋਈ ਬੰਦਾ ਉਹ ਪਦ 'ਤੇ ਬੈਠਾ ਜਿਹਦਾ ਉਹ ਹੱਕਦਾਰ ਨਹੀਂ ਹੈਗਾ, ਤਾਂ ਉਦੋਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਿਹੜੀ ਰਿਟ ਦਾਇਰ ਕਰੂਗੀ? ਕਿਉਂ ਬਰਾਂਟੋ। ਇਹਨੂੰ ਟ੍ਰਿਕ ਨਾਲ ਯਾਦ ਕਰ ਲਓ ਕਿ ਬਈ ਕਿਉਂ ਬੈਠਾ ਤੂੰ ਪਦ 'ਤੇ, ਕਿਉਂਕਿ ਜਦੋਂ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਕਿ ਕਿਉਂ ਬੈਠਾ ਤੂੰ, ਐਂ ਯਾਦ ਕਰ ਲਓ। ਮੈਂਡਾਮਸ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਮੇਰਾ ਕਿਸੇ ਜ਼ਮੀਨ ਦਾ ਮਾਮਲਾ ਹੈ, ਜਾਂ ਮੇਰਾ ਕਿਸੇ ਥਾਣੇ 'ਚ ਮਾਮਲਾ, ਮੰਨ ਲਓ ਥਾਣੇ 'ਚ ਮੇਰੀ ਸੁਣਵਾਈ ਨਹੀਂ ਹੋ ਰਹੀ, SHO ਜਾਂ SI ਜਿਹੜਾ ਵੀ ਕੋਈ ਹੈਗਾ ਮੇਰੀ ਸੁਣਵਾਈ ਨਹੀਂ ਕਰ ਰਿਹਾ, ਤਾਂ ਮੈਂ ਹਾਈ ਕੋਰਟ 'ਚ ਜਾਊਂਗਾ। ਹਾਈ ਕੋਰਟ ਨਾਲ ਦੇ ਨਾਲ ਮੈਂਡਾਮਸ ਨਾਂ ਦੀ ਰਿਟ ਦਾਇਰ ਕਰੂਗੀ ਕਿ ਭਾਈ ਤੁਸੀਂ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ, ਕੀ ਕਾਰਨ ਹੈ? ਉਹਨੂੰ ਸੱਦੋ ਉੱਥੇ ਜੱਜ ਡਿਸਟ੍ਰਿਕਟ ਹਾਈ ਕੋਰਟ ਦੇ ਵਿੱਚ ਕਿ ਹਾਂ ਭਾਈ ਕੀ ਗੱਲ ਹੈ, ਤੂੰ ਇਹਦੇ ਨਾਲ ਛੁੱਟ ਕਿਉਂ ਨਹੀਂ ਰਿਹਾ, ਤੂੰ ਸਿਰਫ ਪੈਸੇ ਲੈ ਕੇ ਕਿਉਂ ਹੱਥ ਕਰਾ ਰਿਹਾ ਹੈ? ਤਾਂ ਜਦੋਂ ਬੰਦਾ, ਇਹ ਵੀ ਟ੍ਰਿਕ ਨਜ਼ਰ ਕਰੋ, ਜਦੋਂ ਬੰਦਾ ਉਹਦੇ ਮਨ ਦੀ ਕਰਦਾ ਹੋਵੇ, ਲੋਕਾਂ ਦੀ ਨਾ ਸੁਣਦਾ ਹੋਵੇ, ਤਾਂ ਉਹਦੇ 'ਤੇ ਕਿਹੜੀ ਦਾਇਰ ਕੀਤੀ ਜਾਂਦੀ ਹੈ? ਮੈਂਡਾਮਸ। ਪ੍ਰੋਵੀਜ਼ਨ ਦਾ ਕੀ ਮਤਲਬ ਹੈ? ਮਤਲਬ ਕੰਮ ਤਾਂ ਹੈਗਾ ਹਾਈ ਕੋਰਟ ਦਾ, ਕੰਮ ਤਾਂ ਹੈਗਾ ਕੋਈ ਹਾਈ ਕੋਰਟ ਉਹਦਾ ਸੁਪਰੀਮ ਕੋਰਟ ਦਾ, ਅਤੇ ਪੰਗੇ ਉੱਥੇ ਕੌਣ ਲੈ ਰਿਹਾ? ਹਾਈ ਕੋਰਟ। ਤਾਂ ਉਦੋਂ ਹਾਈ ਕੋਰਟ ਆ ਜਿਹੜੀ, ਉਹ ਸੁਪਰੀਮ ਕੋਰਟ ਆ, ਉਹ ਹਾਈ ਕੋਰਟ ਨੂੰ ਰਿਟ ਦਾਇਰ ਕਰੂਗੀ ਭਾਈ ਤੁਸੀਂ ਆਪਦੇ ਦਾਇਰੇ ਦੇ ਵਿੱਚ ਰਹੋ, ਸਾਡਾ ਕੰਮ ਸਾਨੂੰ ਕਰਨ ਦਿਓ, ਆਪਦਾ ਕੰਮ ਤੁਸੀਂ ਆਪ ਕਰੋ। ਠੀਕ ਹੈ, ਤਾਂ ਇਹਦਾ ਆਨਸਰ ਆ ਜਾਊਗਾ A ਨੰਬਰ ਆਪਸ਼ਨ, ਬਿਲਕੁਲ ਸਹੀ ਆਨਸਰ ਇਹਦਾ।
मैं दसो कि तुहानूं मेरी समझ आउंदी हुंदी है कि नहीं आउंदी हुंदी। किहड़ा फंडामेंटल राइट है जो सानूं दसदा है कि फोर्सड लेबर एंड चिल्ड्रन वर्किंग अंडर 14 तक आपां उन्हां नूं मजदूरी नहीं करा सकदे। किहड़ी आर्टिकल दे विच लिखिया होया है कि आपां बच्चों नूं मजदूरी नहीं करा सकदे, दसो जी। तां इह करिया होएगा फंडामेंटल राइट अगेंस्ट एक्सप्लोटेशन, ठीक है। ये आर्टिकल दे विच कहा गया कि 14 साल तो घੱਟ बच्चों तो आपां की नहीं करवा सकते, काम नहीं करवा सकते, ठीक है। किहड़े आर्टिकल दे विच गल कीती गई है? ओके जी, 14 ईयर तक तो ये नहीं आप करा सकते। आर्टिकल 24 दे विच लिखिया होया कि आप 14 साल तो घੱਟ बच्चों तो फैक्ट्री दे विच काम नहीं करवा सकते। ओके जी, क्लीयर है थोड़ा सारा कुछ। हुण चलते हैं आप अगले प्रश्न पर। राइट टू फ्रीडम किहड़े आर्टिकल दे विच आउंदा? 19 तो 22। राइट टू इक्वलिटी किन्ने तो आउंदा? 14 तो 18। आ किन्ने च आउंदा गा? 23 तो 24। राइट टू रिलीजन किन्ने तो आउंदा गा? 25 तो 28, ठीक है। 28 तो 29 राइट ऑफ एजुकेशन आउंदा गा, ठीक है। 30 दे विच माइनॉरिटी आ जांदी है। आर्टिकल 31 कढ़ता लिस्ट चों। आर्टिकल 32 की है? आर्टिकल 32 नूं पापा ला भी कह दिंदे आ, जिहनूं सॉइल ऑफ कॉन्स्टिट्यूशन ਜਾਂ ਰੈਮਡੀ भी कह दिंदे आ। शुरू में अपने किन्ने फंडामेंटल राइट सी? शुरू में अपने किन्ने फंडामेंटल राइट सी दसो? शुरू में अपने 7 फंडामेंटल राइट सी। राइट ऑफ प्रॉपर्टी नूं फंडामेंटल राइट दे विच कढ के लीगल राइट दे विच पाता। हुण जिहड़ी अपनी राइट ऑफ प्रॉपर्टी अपना की है लीगल राइट है, काहदे च पाता? हुण ये 300A दे विच पाता। पहला ये राइट ऑफ प्रॉपर्टी किन्ने आर्टिकल दे विच सी? आर्टिकल 31 दे विच सी। हुण अपने 6 है, पहले 7 होंदे सी। शुरू च पुछया इन्होंने। गवर्नर नूं कौन नियुक्त करता है? गवर्नर राष्ट्रपति नियुक्त करता, उप राष्ट्रपति नियुक्त करता, प्रधानमंत्री के स्पीकर। तो गवर्नर नूं भाई राष्ट्रपति नियुक्त करता है, ठीक है। तो यह अस्तीफा भी किहनूं देऊगा? गवर्नर आपदा अस्तीफा भी राष्ट्रपति नूं देऊगा। इहदा काम की हुंदा है राष्ट्रपति का? हुण स्टेट अते सेंटर दोनों के विचाले जिहड़ा लिंक का काम करता है वो कौन करता है? गवर्नर करता है, ठीक है। दोनों विचाले लिंक का काम कौन करता है? गवर्नर करता। ये गल ध्यान में बिठा लो। बाकी गवर्नर को भी बहुत सारिया शक्तियां होंदियां, ये भी सज़ा माफ़ कर सकता है, जिवें राष्ट्रपति सज़ा माफ़ कर सकता, उवें जिवें ये भी सज़ा माफ़ कर सकता। पर जिहड़ा गवर्नर हुंदा गा ये स्टेट दे विच ही कर सकता, पर यह फांसी की सज़ा नहीं माफ़ कर सकता गवर्नर। हो सारियां सज़ा माफ़ कर सकता उन्हां वांगू जिवें राष्ट्रपति कर सकता, ठीक है। तो एक तो ये गल हो गई। तो दूसरी गल गवर्नर का काम करता लिंक का काम। कैप्टन साहब है जी उन्हें सारी जी रिपोर्ट बनानी है, जी कैप्टन साहब ने सारी रिपोर्ट बनानी हैगी। वो रिपोर्ट जी बना के सेंटर में भेजनी है, वो कौन भेजूगा? वो भेजूगा गवर्नर, ठीक है। गवर्नर जाके उन्होंने रिपोर्ट भेजूगा। ओके, ये गल याद रखनी है। तो अपॉइंट कौन करता गा? गवर्नर नूं अपॉइंट करता गा अपना राष्ट्रपति। तो दूसरी गल जिहड़ा गवर्नर है किहड़े आर्टिकल दे विच आ जांदा गा? गवर्नर किहड़े आर्टिकल दे विच आ जांदा? ये आ जांदा आर्टिकल 153 दे विच। दूसरी गल एक गल होर याद कर लो, जिहड़ा गवर्नर हुंदा गा इहनूं राष्ट्रपति जदों कदों भी हटा सकदा गा, ठीक है। तो दूसरी गल जिहड़ा गवर्नर हुंदा वो जिहड़ी स्टेट दा होऊगा, जिवें मैं पंजाब दा गा तां मैनूं पंजाब दा कदे भी गवर्नर नहीं लाउणगे। वो जिवें यूपी का मैंने कभी भी यूपी का गवर्नर नहीं लाउणगे। जिहड़ी स्टेट का मैं नागरिक हाँ वो स्टेट का मैं गवर्नर कभी नहीं लगूंगा। ये आर्टिकल के लिखा हुआ है, ठीक है। 153 आर्टिकल के गवर्नर आउंदा गा। इस तो बाद हाई कोर्ट के सुप्रीम कोर्ट के जजां नूं क्यों नियुक्त करता है? भावें हाई कोर्ट के जज भावें सुप्रीम कोर्ट के जजां नूं क्यों नियुक्त करता है? राष्ट्रपति, उप राष्ट्रपति, स्पीकर, गवर्नर। तो भाई इन्हों कौन अपॉइंट करता है? इन्हों अपॉइंट करता राष्ट्रपति। राष्ट्रपति अपॉइंट करता है जिहड़े हाई कोर्ट और सुप्रीम कोर्ट के जज होंदे आ। एक प्रश्न तो यह आया वैसे पेपर में, एक पंजाब के पेपर 'च प्रश्न आया सी, कहंदे जिहड़े अपने डिस्ट्रिक्ट कोर्ट होंदे आ, डिस्ट्रिक्ट कोर्ट होंदे जिवें अपने बठिंडे कोर्ट आ, तुहाडे अलग अलग शहरों के कोर्ट होणगे, तो जो डिस्ट्रिक्ट कोर्ट होंदे इन्हां दे जिहड़े जज होंदे उन्हां नूं कौन नियुक्त करता है? उन्हां नूं नियुक्त करता भाई अपना गवर्नर। तो दस्सिया कि गवर्नर का काम सेम टू सेम राष्ट्रपति वाली हुंदा गा, ठीक है। मिलटरी की सारी शक्ति किस कोल होंदी है? प्राइम मिनिस्टर, CG, एडमिरल, प्रेजिडेंट। तो भाई मिलटरी की जी सारी शक्ति होंदी है वो होंदी है अपने राष्ट्रपति कोल।
फस्ट सिटीजन ऑफ इंडिया भी यही ਹੁੰਦਾ ਗਾ। ठीक है। ਜਿਹੜਾ ਆਪਾਂ USA ਤੋਂ ਲੈਤਾ ਸੀ ਪਾਵਰਦਾਨ, USA ਦੇ ਵਿੱਚ ਲੈਤਾ ਗਿਆ ਹੈਗਾ ਰਾਸ਼ਟਰਪਤੀ ਦੇ ਆਪਾਂ ਸਾਰਾ ਕੁਝ ਉਹ ਕਿ ਰਾਸ਼ਟਰਪਤੀ ਹੋਣਾ ਚਾਹੀਦਾ ਆਪਣਾ, ਉਹਦੇ 'ਚ ਵੀ ਲਿਖਿਆ ਹੋਇਆ ਹੈਗਾ ਕਿ ਜਿਹੜਾ ਰਾਸ਼ਟਰਪਤੀ ਹੋਊਗਾ ਉਹ ਫੌਜ ਦਾ ਮੁਖੀ ਹੋਊਗਾ। ਉਹ ਕਿਹੜੇ ਆਰਟੀਕਲ ਹਨ ਜੋ ਐਮਰਜੈਂਸੀ ਟਾਈਮ ਭੰਗ ਨਹੀਂ ਹੁੰਦੇ? ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਆ ਭਾਈ। ਆਰਟੀਕਲ 14 ਦੇ ਵਿੱਚ ਕੀ ਆ ਗਿਆ ਸੀ? ਆਰਟੀਕਲ 14 ਦੇ ਵਿੱਚ ਆ ਗਿਆ ਸੀ ਰੂਲ ਆਫ ਲਾ ਇਜ਼ ਇਕੁਅਲ। ਇਹ ਰੂਲ ਹੈ ਸਾਰਿਆਂ ਵਾਸਤੇ ਇਕੁਅਲ ਹੈ, ਚਾਹੇ ਉਹ ਮੰਤਰੀ ਹੈ ਚਾਹੇ ਚਪੜਾਸੀ ਹੈ। ਠੀਕ ਹੈ। ਆਰਟੀਕਲ 16 ਦੇ ਵਿੱਚ ਕਾਹਦੀ ਗੱਲ ਕੀਤੀ ਸੀ? ਆਰਟੀਕਲ 16 ਦੇ ਵਿੱਚ ਇਹ ਗੱਲ ਕੀਤੀ ਸੀ ਕਿਸੇ ਵੀ ਬੰਦੇ ਨੇ ਨੌਕਰੀ ਲੈਣੀ ਹੈ, ਕੋਈ ਵੀ ਸਰਕਾਰੀ ਨੌਕਰੀ ਆਊਗੀ ਤਾਂ ਸਾਰਿਆਂ ਨੂੰ ਬਰਾਬਰ ਦਾ ਉੱਥੇ ਸੱਦਾ ਦਿੱਤਾ ਜਾਊਗਾ, ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ। ਜਿਹੜੀ ਆ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਪੋਸਟਾਂ ਦੇ, ਇਹ ਆਰਟੀਕਲ 16 ਨੇ ਐਂਟਰ ਕਰਦੀ ਹੈ। ਆਰਟੀਕਲ 20 ਦੇ ਅੰਡਰ ਕੀ ਆ ਜਾਂਦਾ? ਆਰਟੀਕਲ 20 ਦੇ ਅੰਡਰ ਆ ਜਾਂਦਾ ਗਾ ਜਿਹੜੀ ਆਪਣੀ ਮਤਲਬ ਰਾਈਟ ਟੂ ਲਾਈਫ, ਰਾਈਟ ਟੂ ਲਾਈਫ ਕਿ ਆਪਾਂ ਨੂੰ ਜਿਉਣ ਦਾ ਵੀ ਅਧਿਕਾਰ ਹੈਗਾ ਗਾ। ਜਿਹੜੇ 20 ਤੇ 21 ਆਰਟੀਕਲ ਹੁੰਦੇ ਆ ਪੁੱਤਰੋ, 20 ਤੇ 21 ਦੇ ਵਿੱਚ 6 ਤੋਂ ਲੈ ਕੇ 14 ਸਾਲ ਤੱਕ ਬੱਚਿਆਂ ਨੂੰ ਮੁਫਤ ਪੜ੍ਹਾਈ ਦਿੱਤੀ ਜਾਂਦੀ ਹੈ। ਜਿਹੜੇ 20 ਤੇ 21 ਆਰਟੀਕਲ ਹੈ ਇਹ ਐਮਰਜੈਂਸੀ ਦੇ ਟਾਈਮ ਕਦੇ ਭੰਗ ਨਹੀਂ ਹੁੰਦੇ, ਇਹ ਦੋ ਚੱਲਦੇ ਹੀ ਰਹਿਣਗੇ। ਠੀਕ ਹੈ। ਆਪਰੇਸ਼ਨ ਆਇਆ ਵਾ ਕਿ ਐਮਰਜੈਂਸੀ ਦੇ ਇੱਕ ਆਪਰੇਸ਼ਨ ਹੋਰ ਆਉਂਦਾ ਹੁੰਦਾ ਕਿ ਜਿਹੜੇ ਫੰਡਾਮੈਂਟਲ ਰਾਈਟ ਹੁੰਦੇ ਆ ਇਹ ਐਮਰਜੈਂਸੀ ਦੇ ਟਾਈਮ ਸਸਪੈਂਡ ਹੋ ਸਕਦੇ ਆ ਕਿ ਨਹੀਂ ਸਸਪੈਂਡ ਹੋ ਸਕਦੇ। ਤਾਂ ਤੁਸੀਂ ਪੇਪਰ 'ਚ ਆਨਸਰ ਦੇ ਕੇ ਨਾ ਸਸਪੈਂਡ ਹੋ ਸਕਦੇ ਆ, ਕਿਤੇ ਤੁਸੀਂ ਆਪਦਾ ਬੜਾ ਗਿਆਨ ਘੋਟਣ ਲੱਗ ਜਾਓ ਤੇ ਕਹੋ 20 21 ਸਸਪੈਂਡ ਹੁੰਦੇ ਨਹੀਂ, ਤੁਸੀਂ ਕਹੋਗੇ 9 ਹੀ ਸਸਪੈਂਡ ਨਹੀਂ ਹੁੰਦੇ, ਸਿਰਫ 2 ਹੀ ਨਹੀਂ ਸਸਪੈਂਡ ਹੁੰਦੇ, ਹੋ ਤਾਂ ਸਾਰੇ ਹੋ ਜਾਂਦੇ ਆ। ਠੀਕ ਹੈ। ਜੋ ਪ੍ਰਸ਼ਨ ਪੁੱਛਣਾ ਹੋਊਗਾ ਇਹ ਪੁੱਛਣਗੇ ਭਾਈ ਕਿਹੜੇ ਆਰਟੀਕਲ ਦੇ ਸਸਪੈਂਡ ਨਹੀਂ ਹੁੰਦੇ। ਦੂਸਰਾ ਪ੍ਰਸ਼ਨ ਇਹ ਪੁੱਛਣਗੇ ਕਿ ਫੰਡਾਮੈਂਟਲ ਰਾਈਟ ਐਮਰਜੈਂਸੀ ਟਾਈਮ ਸਸਪੈਂਡ ਹੋ ਸਕਦੇ ਆ। ਐਮਰਜੈਂਸੀ ਉਹ ਹੁੰਦੀ ਜੋ ਰਾਸ਼ਟਰਪਤੀ ਰਾਜ ਲਾਗੂ ਲੱਗ ਜਾਂਦਾ ਤਾਂ ਸਸਪੈਂਡ ਹੋ ਜਾਂਦੇ ਹੁੰਦੇ ਫੰਡਾਮੈਂਟਲ, ਸਿਰਫ 20 ਤੇ 21 ਨਹੀਂ ਹੁੰਦੇ। ਜਿਹੜੀ ਗੱਲ ਉਹਨੇ ਪੁੱਛੀ ਸਿਰਫ ਉਹਦੇ ਜਵਾਬ ਦੇਣਾ, ਜ਼ਿਆਦਾ ਉੱਥੇ ਗਿਆਨੀ ਬਾਬਾ ਬਣਨ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ। ਤਾਂ ਸੀ ਤੇ ਡੀ ਦਾ ਆਪਸ਼ਨ ਨੰਬਰ ਬਿਲਕੁਲ ਸਹੀ ਆਨਸਰ ਹੈ। ਸੀ ਤੇ ਡੀ ਮਤਲਬ ਕਹਿੰਦਾ ਮਤਲਬ ਕਿ ਈ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਇਹਦਾ। ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਦਿੰਦਾ? ਇਹ ਤਾਂ ਬਹੁਤ ਵਾਰੀ ਕਰਵਾਤਾ ਭਾਈ ਮੈਂ ਤੁਹਾਨੂੰ। ਪ੍ਰੈਜ਼ੀਡੈਂਟ ਆਪਦਾ ਅਸਤੀਫਾ ਕਿਹਨੂੰ ਦੇਊਗਾ? ਵਾਈਸ ਪ੍ਰੈਜ਼ੀਡੈਂਟ ਨੂੰ। ਤੇ ਵਾਈਸ ਪ੍ਰੈਜ਼ੀਡੈਂਟ ਆਪਣਾ ਅਸਤੀਫਾ ਕਿਹਨੂੰ ਦੇਊਗਾ? ਪ੍ਰੈਜ਼ੀਡੈਂਟ ਨੂੰ। ਆਪਸ ਜੀ ਕੀ ਚੁੰਗੀ ਚੁੰ ਕਰੀ ਜਾਣਗੇ। ਠੀਕ ਹੈ। ਇਹ ਤੋਂ ਬਾਅਦ ਹੂ ਇਜ਼ ਐਕਸੀਕਿਊਟਿਵ ਹੈਡ ਆਫ ਇੰਡੀਆ? ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਐਕਸੀਕਿਊਟਿਵ, ਇਹਦੀ ਮੈਂ ਚੰਗੀ ਤਰ੍ਹਾਂ ਥੋੜ੍ਹਾ ਲੈਕਚਰ ਲਾਇਆ ਹੋਇਆ ਭਾਈ। ਜੇ ਹਜੇ ਵੀ ਨਹੀਂ ਤੁਹਾਨੂੰ ਸਮਝ ਆਇਆ ਨਾ ਫਿਰ ਉਹ ਡਾਂਗ ਚੱਕਣੀ ਪਊਗੀ, ਉਹਦਾ ਫਿਰ ਤੁਸੀਂ ਲੋਟ ਆਉਂਦੀ ਨਹੀਂ। ਫਿਰ ਦੋ ਤੁਹਾਡੇ ਲਾਈਆਂ ਤੜਕੇ ਉੱਠ ਕੇ, ਦੋ ਲਾਈਆਂ ਤੁਹਾਡੇ ਰਾਤ ਨੂੰ ਸੌਣ ਵੇਲੇ। ਐਕਸੀਕਿਊਟਿਵ ਹੈਡ ਕਿਹੜਾ ਹੁੰਦਾ? ਐਕਸੀਕਿਊਟਿਵ ਦਾ ਮਤਲਬ ਹੁੰਦਾ ਬੱਚਿਓ ਜੋ ਐਕਸੀਕਿਊਟ ਕਰਦੇ ਆ। ਐਕਸੀਕਿਊਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਚਲਾਉਣਾ। ਆਪਾਂ ਕਹਿੰਦੇ ਨੇ ਆਹ ਪ੍ਰੋਗਰਾਮ ਐਕਸੀਕਿਊਟ ਕਰਤਾ। ਜਿਹੜੇ ਰੂਲ ਬਣਾਉਂਦੇ ਆ, ਜਿਹੜੇ ਤਾਂ ਰੂਲ ਬਣਾਉਂਦੇ ਆ ਉਹਦਾ ਕਹਿੰਦਾ ਲੈਜਿਸਲੇਟਿਵ। ਜਿਹੜੇ ਰੂਲਾਂ ਨੂੰ ਚਲਾਉਂਦੇ ਆ ਉਹਨੂੰ ਕਹਿੰਦੇ ਨੇ ਆਪਾਂ ਐਕਸੀਕਿਊਟਿਵ। ਠੀਕ ਹੈ। ਐਕਸੀਕਿਊਟ ਕਰਦੇ ਆ, ਪ੍ਰੋਗਰਾਮ ਚਲਾਉਂਦੇ ਆ। ਤਾਂ ਐਕਸੀਕਿਊਟਿਵ ਹੈਡ ਆਫ ਇੰਡੀਆ ਕੌਣ ਹੁੰਦਾ? ਇਹ ਦਿਮਾਗ 'ਚ ਬਿਠਾਓ, ਪ੍ਰਸ਼ਨ ਪੁੱਛਣ ਦਾ 100% ਚਾਂਸ ਹੈ। ਕਹਿੰਦੇ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ, ਪ੍ਰਾਈਮ ਮਿਨਿਸਟਰ ਆਫ ਇੰਡੀਆ ਹੁੰਦਾ, CJ ਹੁੰਦਾ, ਕੈਗ ਹੁੰਦਾ। ਕੈਗ ਤਾਂ ਹੋ ਹੀ ਨਹੀਂ ਸਕਦਾ, ਨਾ CJ ਹੋ ਸਕਦਾ, ਨਾ ਪ੍ਰੈਜ਼ੀਡੈਂਟ ਹੋ ਸਕਦਾ। ਤਾਂ ਇਹਦਾ ਆਨਸਰ ਹੈਗਾ PM ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ ਹੁੰਦਾ, ਉਹ ਐਕਸੀਕਿਊਟਿਵ ਹੈਡ ਹੁੰਦਾ ਆਫ ਇੰਡੀਆ ਦਾ। ਇਹ ਗੱਲ ਧਿਆਨ ਰੱਖ ਲਓ, ਇਹ ਗੱਲ ਦਾ ਪੱਕਾ ਦਿਮਾਗ 'ਚ ਬਿਠਾ ਲਓ। ਠੀਕ ਹੈ। ਜਿੰਦੇ ਲਾ ਲਓ ਦਿਮਾਗ 'ਚ ਪਾ ਕੇ। ਆਹ ਪ੍ਰਸ਼ਨ ਤੁਹਾਨੂੰ 100% ਹੀ ਮਿਲੂਗਾ ਪੇਪਰ ਦੇ ਵਿੱਚ। ਕਹਿੰਦੇ ਕਿਹੜਾ ਆਰਟੀਕਲ ਹੈ ਜਿਹੜਾ ਸਾਨੂੰ ਛੂਤ ਛਾਤ ਬਾਰੇ ਦੱਸਦਾ ਹੈ? ਅਨਟੱਚੇਬਿਲਿਟੀ। ਅਨਟੱਚੇਬਿਲਿਟੀ ਵੀ ਕਹਿ ਦਿੰਦੇ ਇਹਨੂੰ। ਕਿਹੜਾ ਆਰਟੀਕਲ ਹੈ ਜਿਹੜਾ ਆਪਾਂ ਨੂੰ ਛੂਤਾ ਛੂਤ ਬਾਰੇ ਦੱਸਦਾ ਹੈ? ਤਾਂ ਇਹ ਕਹਿੰਦੇ ਆਰਟੀਕਲ 16 ਦੱਸਦਾ, ਆਰਟੀਕਲ 17 ਦੱਸਦਾ, 18 ਦਾ 19 ਦੱਸਦਾ। ਸਭ ਤੋਂ ਪਹਿਲਾਂ ਤਾਂ ਐਲੀਮੀਨੇਟ ਕਰਨਾ ਸਿੱਖੋ। ਆਰਟੀਕਲ 16 ਦੇ ਵਿੱਚ ਦਊਗਾ ਕਿ ਜੇ ਕੋਈ ਸਰਕਾਰੀ ਨੌਕਰੀ ਕੱਢਣੀ ਸਾਰਿਆਂ ਨੂੰ ਇੱਕੋ ਜਿਹਾ ਸੱਦਾ ਦੇਣਾ ਪਊਗਾ। ਠੀਕ ਹੈ। ਤਾਂ ਇਹਦਾ ਆਨਸਰ ਆ ਜਾਊਗਾ ਆਰਟੀਕਲ 19 ਦਾ ਆ ਨਹੀਂ ਸਕਦਾ, ਕਿਉਂਕਿ ਆਰਟੀਕਲ 19 ਦੇ ਵਿੱਚ ਉਹਨੇ ਇਹਦਾ ਫਰੀਡਮ ਆਫ ਦੇ ਵਿੱਚ ਆ ਗਿਆ, ਇਹਦਾ ਫਰੀਡਮ ਆਫ ਵਿੱਚ ਆ ਗਿਆ। ਰਾਈਟ ਟੂ ਫਰੀਡਮ 19 ਤੋਂ ਸ਼ੁਰੂ ਹੁੰਦੇ ਆ। 18 ਦੇ ਵਿੱਚ ਕੀ ਆ ਗਿਆ? 18 ਦੇ ਵਿੱਚ ਆ ਗਿਆ ਆਪਣਾ ਕੀ ਆ ਗਿਆ ਜੀ 18 ਦੇ ਵਿੱਚ? ਹਾਂ, ਕੋਈ ਬੰਦਾ ਮਤਲਬ ਕੋਈ ਪਦਵੀ ਨਹੀਂ ਧਾਰਨ ਕਰ ਸਕਦਾ। ਠੀਕ ਹੈ। ਕੋਈ ਆਪਦੇ ਨਾਮ ਮੂਹਰੇ ਰਾਜਾ ਨਹੀਂ ਲਾ ਸਕਦਾ, ਮਹਾਰਾਜਾ, ਸਿਰਫ ਇੰਜੀਨੀਅਰ ਅਤੇ ਡਾਕਟਰ ਇਹ 2 ਲਾ ਸਕਦਾ। ਆਰਟੀਕਲ 17 ਰਹਿ ਗਿਆ ਕੱਟ ਕਟਾ ਕੇ। ਤਾਂ ਛੂਤਾ ਛਾਤ ਦਾ ਰੋਗ ਹੈ ਭਾਈ, ਜਿਹੜਾ ਛੂਤ ਛਾਤ ਕਿਸੇ ਨਾਲ ਕਰਨੀ, ਭੇਦਭਾਵ ਕਰਨਾ ਜਾਤ ਪਾਤ ਦੇ ਭਾਵ ਅਤੇ ਉਹਦੇ ਅਨੁਸਾਰ ਆਰਟੀਕਲ 17 ਦੇ ਵਿੱਚ ਲਿਖਿਆ ਹੋਇਆ ਆਪਣਾ ਅਨਟੱਚੇਬਿਲਿਟੀ, ਛੂਤ ਛਾਤ। ਠੀਕ ਹੈ। ਬੱਚਿਆਂ ਦੇ ਸ਼ੋਸ਼ਣ ਦੇ ਅਧਿਕਾਰ ਸੰਬੰਧੀ ਕਿਹੜੇ ਆਰਟੀਕਲ ਹੈ? ਬੱਚਿਆਂ ਦੇ ਵਿਰੁੱਧ ਜਿਹੜਾ ਸ਼ੋਸ਼ਣ ਵਿਰੁੱਧ ਅਧਿਕਾਰ ਹੁੰਦਾ ਉਹਨੂੰ ਰੋਕਣ ਵਾਸਤੇ, ਸ਼ੋਸ਼ਣ ਜਿਹੜਾ ਹੋ ਰਿਹਾ ਉਹਨਾਂ ਦੇ ਵਿਰੁੱਧ ਅਧਿਕਾਰ ਹੈਗੇ, ਤਾਂ ਉਹ ਕਿਹੜੇ ਆਰਟੀਕਲ ਦੇ ਵਿੱਚ ਲਿਖੇ ਹੋਏ ਆ? ਆਰਟੀਕਲ 19 'ਚ ਤਾਂ ਹੋ ਨਹੀਂ ਸਕਦਾ ਕਿਉਂਕਿ ਇਹਦਾ ਫਰੀਡਮ ਬਾਰੇ ਲਿਖਿਆ ਹੋਇਆ। ਆਰਟੀਕਲ 20 ਦੇ ਵਿੱਚ ਰਾਈਟ ਟੂ ਲਾਈਫ ਲਿਖਿਆ ਹੋਇਆ। ਆਰਟੀਕਲ 21 ਦੇ ਵਿੱਚ ਲਿਖਿਆ ਕਿ ਬੱਚੇ ਨੂੰ 13 ਤੋਂ ਲੈ 16 ਤੋਂ ਲੈ ਕੇ 14 ਸਾਲ ਤੱਕ ਪੜ੍ਹਾਈ ਮੁਫਤ ਕਰਵਾਈ ਜਾਊਗੀ। ਅਤੇ
ਇਹ 'ਚ ਕੀ ਲਿਖਿਆ ਹੋਇਆ ਹੈਗਾ ਕਿ ਆਰਟੀਕਲ 24 ਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਕਿ ਬੱਚਿਆਂ ਤੋਂ ਆਪਾਂ 14 ਸਾਲ ਦੇ ਘੱਟ ਬੱਚਿਆਂ ਤੋਂ ਆਪਾਂ ਫੈਕਟਰੀਆਂ ਵਿੱਚ ਕੰਮ ਨਹੀਂ ਕਰਵਾ ਸਕਦੇ। ਤੇ ਇਹਦਾ ਆਪਸ਼ਨ ਨੰਬਰ ਆ ਗਿਆ ਡੀ ਆਂਸਰ। ਓਕੇ, ਸਿੱਕਮ ਸਟੇਟ ਨੂੰ ਕਿਸ ਸੰਸ਼ੋਧਨ ਮੁਤਾਬਕ ਰਾਜ ਦਾ ਦਰਜਾ ਦਿੱਤਾ ਗਿਆ? ਬਹੁਤ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਜ਼ਿਆਦਾ। ਸਿੱਕਮ ਨੂੰ ਭਾਈ ਜਿਹੜਾ ਦਰਜਾ ਦਿੱਤਾ ਗਿਆ ਸੀ ਉਹ ਦਿੱਤਾ ਗਿਆ ਸੀ 36ਵੇਂ ਅਮੈਂਡਮੈਂਟ ਦੁਆਰਾ। ਹਾਂ, 36ਵੇਂ ਅਮੈਂਡਮੈਂਟ ਦੁਆਰਾ ਸਿੱਕਮ ਨੂੰ ਕੀ ਕੀਤਾ ਗਿਆ ਸੀ? ਦਰਜਾ ਦਿੱਤਾ ਗਿਆ ਸੀ ਸਪੈਸ਼ਲ ਸਰਕਾਰ ਸਟੇਟ ਦਾ। ਇੱਕ ਗੱਲ ਤਾਂ ਇਹ ਹੋ ਗਈ। ਦੂਸਰੀ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਕਿ ਸਿੱਕਮ ਸਟੇਟ ਬਣੀ ਕਦੋਂ ਸੀ? 1975 ਦੇ ਵਿੱਚ ਬਣੀ ਸੀ। ਤੇ 25ਵੀਂ ਸਟੇਟ ਆਪਣੀ ਇਹ 25ਵੀਂ ਸਟੇਟ ਹੈ। ਤੇ ਗੋਆ ਸਟੇਟ ਕਦੋਂ ਬਣੀ ਸੀ ਆਪਣੀ? 1987 ਦੇ ਵਿੱਚ। ਦੋਨੇ ਸਟੇਟਾਂ ਦੇ ਨਾਮ ਯਾਦ ਕਰ ਲਓ, ਠੀਕ ਹੈ। ਗੋਆ ਤਾਂ ਬਣੀ ਸੀ 1987 ਦੇ ਵਿੱਚ, ਤੇ 1975 ਦੇ ਵਿੱਚ ਕਿੰਨੀ ਸਟੇਟ ਆਪਣੀ 25ਵੀਂ ਸਟੇਟ ਸਿੱਕਮ ਹੈ ਜਿਹੜੀ ਕਿ 1975 ਦੇ ਵਿੱਚ ਬਣੀ ਸੀ, ਠੀਕ ਹੈ। ਇਹ ਨਾਲ ਅੱਜ ਆਪਣੇ ਵੀ 50 ਦੇ 50 MCQ ਕਵਰ ਹੋ ਚੁੱਕੇ ਨੇ, ਠੀਕ ਹੈ। ਜਿਹੜੇ ਬੱਚਿਆਂ ਨੇ ਇਹ 50 ਦੇ 50 MCQ ਕਰ ਲਏ, ਠੀਕ ਹੈ, ਹਜੇ ਹੋਰ ਵੀ ਬਹੁਤ ਆਉਣਗੇ। ਤਾਂ ਮੈਂ ਸਮਝ ਲਓ ਕਿ ਪੇਪਰ ਜਾਂ ਤੁਹਾਨੂੰ ਵਿੱਚੋਂ ਆਊਗਾ, ਬਾਹਰੋਂ ਪੇਪਰ ਨਹੀਂ ਆਊਗਾ, ਕਿਉਂਕਿ ਆਪਾਂ ਕੋਈ ਚੀਜ਼ ਛੱਡਣੀ ਨਹੀਂ। ਕਿਉਂਕਿ ਜੇ ਆਪਾਂ ਕੋਈ ਚੀਜ਼ ਛੱਡਾਂਗੇ ਫਿਰ ਹੀ ਪੇਪਰ ਦੇ ਵਿੱਚ ਮਾਰ ਖਾਵਾਂਗੇ ਨਾ। ਕੋਈ ਚੀਜ਼ ਆਪਾਂ ਛੱਡਣੀ ਨਹੀਂ ਹੈਗੀ, ਠੀਕ ਹੈ। ਅਤੇ ਸਾਰੇ ਬੱਚਿਆਂ ਨੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਗਾ ਕਿ ਭਾਈ ਸਾਡੇ ਕਿੰਨੇ ਨੰਬਰ ਆਏ, ਕਿੰਨੇ ਨੰਬਰ ਨਹੀਂ ਆਏ। ਇੱਕ ਤਾਂ ਗੱਲ ਇਹ। ਦੂਸਰੀ ਗੱਲ ਮੇਰੀ ਇੱਕ ਹੋਰ ਧਿਆਨ ਨਾਲ ਸੁਣ ਲਓ ਪੁੱਤਰੋ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ, ਜਿੰਨਾ ਹੋ ਸਕੇ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ। ਫਿਰ ਤੁਹਾਨੂੰ ਇਹੋ ਜਿਹੀ ਵੀਡੀਓ ਪ੍ਰੋਵਾਈਡ ਕਰਵਾਊਂਗਾ ਮੈਂ। ਅਤੇ ਜਿਹੜੇ ਬੱਚੇ ਨਵੇਂ ਆਈ ਜਾਂਦੇ, ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਲੱਗ ਰਿਹਾ ਬੱਚਿਆਂ ਨੂੰ ਕਿ ਭਾਈ ਅਸੀਂ ਕਿੱਥੋਂ ਪੜ੍ਹੀਏ ਕਿੱਥੋਂ ਨਾ ਪੜ੍ਹੀਏ, ਸਿਲੇਬਸ ਆਪਣਾ ਕੰਪਲੀਟ ਕਰਵਾ ਚੁੱਕੇ ਹਾਂ, ਪੂਰਾ ਵਧੀਆ ਸਿਲੇਬਸ ਕੰਪਲੀਟ ਹੋਇਆ ਵਾ ਆਪਣਾ, ਠੀਕ ਹੈ। ਥੋੜ੍ਹਾ ਮੋਟਾ ਰਹਿੰਦਾ ਮੈਥ ਮੂਥ ਉਹਦਾ ਚੱਲਦੀ ਰਹਿਣਾ ਪ੍ਰੋਸੈਸ, ਠੀਕ ਹੈ। ਅਤੇ ਪੇਪਰ ਕਢਾਉਣ ਦੀ ਜ਼ਿੰਮੇਵਾਰੀ ਮੇਰੀ ਹੈਗੀ, ਪੜ੍ਹਨ ਦੀ ਜ਼ਿੰਮੇਵਾਰੀ ਤੁਹਾਡੀ ਹੈ, ਠੀਕ ਹੈ। ਅਤੇ ਜ਼ਰੂਰ ਭਾਈ ਬੱਚਿਓ ਸਾਰੇ ਤੁਸੀਂ ਲੈਕਚਰ ਜ਼ਰੂਰ ਲਾਇਓ। ਅਤੇ ਸ਼ਾਮ ਨੂੰ ਸ਼ਾਇਦ ਤੁਹਾਨੂੰ ਮੈਂ 50 MCQ ਦੇ ਸਕਾਂ ਕੰਪਿਊਟਰ ਦੇ। ਕੋਸ਼ਿਸ਼ ਹੈ ਮੇਰੀ, ਪੱਕਾ ਨਹੀਂ ਕਹਿੰਦਾ ਮੈਂ, ਕੋਸ਼ਿਸ਼ ਜ਼ਰੂਰ ਹੋਊਗੀ 50 MCQ ਵੱਧ ਤੋਂ ਵੱਧ ਦੇ ਸਕਾਂ। ਨਹੀਂ ਕੱਲ੍ਹ ਨੂੰ ਸੁਬਾਹ ਤਾਂ ਮੈਂ ਤੁਹਾਨੂੰ ਦਊਂਗਾ 50 MCQ, ਠੀਕ ਹੈ। ਸੁਬਾਹ ਤੁਹਾਨੂੰ ਮਿਲੀ ਜਾਣਗੇ ਇਸ ਟਾਈਮ 'ਤੇ, ਪਰ ਆ ਜ਼ਰੂਰ ਲਾਇਓ, ਠੀਕ ਹੈ ਜੀ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ। ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਆਪਰੇਸ਼ਨ ਦੇ ਵਿੱਚ ਪੁੱਛਣ ਦੇ ਵਿੱਚ ਤਾਂ ਦੱਸ ਦਿਓ। ਅਤੇ ਹੋਰ ਬਸ ਉਹਨੂੰ ਟੇਬਲ ਬਣਾ ਦੂੰਗਾ ਮੈਂ, ਥੋੜ੍ਹਾ ਰੁਕ ਜਾਓ। ਜਿਹੜੇ ਬੱਚਿਆਂ ਨੂੰ ਹਜੇ ਕੋਈ ਪ੍ਰੋਬਲਮ ਆ ਰਹੀ ਹੈ ਕਿ ਕਿੱਥੋਂ ਅਸੀਂ ਸ਼ੁਰੂ ਕਰੀਏ ਕਿੱਥੋਂ ਨਹੀਂ ਸ਼ੁਰੂ ਕਰੀਏ, ਫਿਲਹਾਲ ਤੁਸੀਂ ਜਿਹੜੇ ਬੱਚੇ ਨਵੇਂ ਆਏ ਆ ਤੁਸੀਂ ਹਿਸਟਰੀ ਤੋਂ ਸ਼ੁਰੂ ਕਰੋ। ਹਿਸਟਰੀ ਅਤੇ ਕਰੰਟ ਅਫੇਅਰ ਤੁਸੀਂ ਸ਼ੁਰੂ ਕਰੋ ਸਭ ਤੋਂ ਪਹਿਲਾਂ, ਠੀਕ ਹੈ। ਬਾਕੀ ਤੁਹਾਡੇ ਜਿਵੇਂ ਤੁਹਾਡੇ ਕੋਲ ਟਾਈਮ ਹੈ, ਹਿਸਟਰੀ ਪਲੇ ਲਿਸਟ ਬਣਾਈ ਹੋਈ ਹੈ, ਉਹਦੇ ਵਿੱਚ ਸ਼ੁਰੂ ਹੋ ਜਾਓ ਉੱਥੋਂ। ਗਾਂਧੀ ਯੁੱਗ ਤੋਂ ਆਪਾਂ ਸ਼ੁਰੂ ਕੀਤਾ ਹੋਇਆ ਸਾਰਾ ਪ੍ਰੋਸੈਸ, ਠੀਕ ਹੈ। ਅਤੇ PDF ਕੱਲ੍ਹ ਭਾਈ ਮੈਂ ਪਾਤੇ ਆਪਣੇ ਇਹਦੇ 'ਚ ਟੈਲੀਗ੍ਰਾਮ ਦੇ ਵਿੱਚ, ਅਤੇ ਪਲੇ ਲਿਸਟ ਮੈਂ ਅੱਜ ਅਪਡੇਟ ਕਰ ਦਿੰਦਾ ਸਾਰੀ, ਠੀਕ ਹੈ। ਘੰਟੇ 2 ਘੰਟੇ ਦੇ ਵਿੱਚ ਪਲੇ ਲਿਸਟ ਅਪਡੇਟ ਕਰ ਦਿੰਦਾ ਜਿਹੜੀਆਂ ਨਵੀਆਂ ਵੀਡੀਓ ਆਪਣੀਆਂ ਆਈਆਂ ਹੈਗੀਆਂ। ਓਕੇ, ਅਤੇ ਆਹ ਲੈਕਚਰ ਭਾਈ ਸਾਰੇ ਲਾ ਲਿਓ ਧਿਆਨ ਨਾਲ ਪੁੱਤਰੋ, ਅਤੇ ਜਿਉਂਦੇ ਵੱਧਦੇ ਰਹੋ ਸਾਰੇ, ਠੀਕ ਹੈ ਜੀ।